ਨੇ ਸਰਵਨ ਕੀਤਾ ਹੈ। ਅੱਜ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਭੱਟ ਸਾਹਿਬਾਨ ਜੋ ਸਾਨੂੰ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪੰਜਵੇਂ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਖੇਲ ਗੂੜਹੁ ਕੀਓ ਹਰਿ ਰਾਏ। ਸੰਤੋਖ ਸਮਾਚਰਿਓ ਬਿਮਲ ਬੁੱਧ ਸਤ ਗੁਰ ਸਮਾਣੋ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਭੱਟ ਕੱਲ ਜੀ ਵੱਲੋਂ ਜੋ ਸਵਈਏ ਉਚਾਰਨ ਕੀਤੇ, ਜੋ ਅੱਜ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1407 ਦੇ ਉੱਪਰ ਸੁਭਾਏਮਾਨ ਹੈ। ਭੱਟ ਕੱਲ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਬਾਰੇ ਜੋ ਉਹਨਾਂ ਨੂੰ ਸਮਝ ਆਈ, ਜੋ ਉਹਨਾਂ ਨੂੰ ਗੁਰੂ ਸਾਹਿਬ ਜੀ ਦਾ ਗਿਆਨ ਹੋਇਆ, ਸਵਈਏ ਰੂਪ ਵਿੱਚ ਬਿਆਨ ਕਰਦਿਆਂ ਸਾਨੂੰ ਦੁਨਿਆਵੀ ਜੀਵਾਂ ਨੂੰ ਸਮਝਾਉਂਦੇ ਨੇ ਕਿ ਹਰੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁੱਜਾ ਖੇਲ ਜਿਹੜਾ ਹੈ ਉਹ ਐਸਾ ਰਚਾਇਆ ਕਿ ਜਿਹੜਾ ਸਾਡੇ ਦੁਨਿਆਵੀ ਜੀਆਂ ਦੀ ਸਮਝ ਤੋਂ ਬਾਹਰ ਹੈ। ਐਸਾ ਗੂੜਾ ਖੇਲ ਉਸ ਅਕਾਲ ਪੁਰਖ ਪਰਮੇਸ਼ਵਰ ਦਾ, ਉਹਦੇ ਹੁਕਮ ਦਾ, ਜਿਹਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ ਸਬਰ ਸੰਤੋਖ ਜਿਹੜਾ ਹੈ ਉਹ ਸਮਾਇਆ ਹੈ। ਅਸੀਂ ਗੁਰਬਾਣੀ ਦਾ ਅਭਿਆਸ ਜਾਂ ਗੁਰੂ ਸਾਹਿਬ ਜੀ ਦੇ ਦਰ ਤੇ ਆਉਂਦੇ ਹਾਂ, ਸਾਡੇ ਵੀ ਆਉਣ ਦਾ ਮਕਸਦ, ਗੁਰਬਾਣੀ ਦੇ ਅਭਿਆਸ ਕਰਨ ਦਾ ਮਕਸਦ ਇਹ ਹੈ ਕਿ ਸਾਡਾ ਜੀਵਨ ਕਿਤੇ ਸਬਰ ਤੇ ਸੰਤੋਖ ਵਾਲਾ ਹੋ ਜਾਏ, ਤੇ ਜਿਹਦੇ ਜੀਵਨ ਦੇ ਵਿੱਚ ਸਬਰ ਸੰਤੋਖ ਆ ਜਾਏ, ਉਹਦੇ ਜੀਵਨ ਵਿੱਚੋਂ ਲੱਭ ਲੋਭ ਨਿਕਲ ਜਾਂਦਾ ਹੈ। ਤੇ ਜਿਹਦੇ ਜੀਵਨ ਵਿੱਚ ਲੱਭ ਲੋਭ ਨਹੀਂ, ਲੋਭ ਲਾਲਚ ਨਹੀਂ, ਉਹ ਕਦੇ ਵੀ ਬੁਰਾਈਆਂ ਦੀ ਦਲਦਲ ਵਿੱਚ ਨਹੀਂ ਜਾਂਦਾ, ਕਦੇ ਵੀ ਉਸ ਪਾਸੋਂ ਮਾੜਾ ਕਰਮ ਨਹੀਂ ਹੁੰਦਾ। ਅਸੀਂ ਗੁਰਬਾਣੀ ਦਾ ਅਭਿਆਸ ਨਿਤ ਉੱਠ ਕੇ ਇਸੇ ਲਈ ਕਰਨਾ ਹੈ ਕਿ ਸਾਡਾ ਜਿਹੜਾ ਜੀਵਨ ਲੋਭ ਲਾਲਚ ਨਾਲ ਭਰਿਆ ਹੈ, ਉਹਦੇ ਵਿੱਚ ਕਿਤੇ ਸਬਰ ਤੇ ਸੰਤੋਖ ਆ ਜਾਏ। ਸੰਤੁਸ਼ਟੀ ਮਨ ਨੂੰ ਤਾਂ ਹੀ ਹੋਏਗੀ, ਮਨ ਸੰਤੁਸ਼ਟ ਨਹੀਂ ਹੁੰਦਾ। ਜਿੰਨੇ ਮਰਜ਼ੀ ਧਨ ਪਦਾਰਥ ਸੁਖ ਆਰਾਮ ਜੀਵਨ ਦੇ ਵਿੱਚ ਪ੍ਰਾਪਤ ਹੋ ਜਾਣ, ਪਰ ਮਨ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ, ਇਹ ਅਸੰਤੁਸ਼ਟ ਹੀ ਰਹਿੰਦਾ ਹੈ। ਪਰ ਜੇ ਸਬਰ ਅੰਦਰ ਆ ਜਾਏ, ਸੰਤੋਖ ਦੀ ਅਵਸਥਾ ਅੰਦਰ ਬਣ ਜਾਏ,
ਫਿਰ ਥੋੜੇ ਵਿੱਚ ਵੀ ਬੰਦੇ ਦਾ ਮਨ ਸੰਤੁਸ਼ਟ ਹੋ ਜਾਂਦਾ ਹੈ। ਮਨ ਨੂੰ ਸਬਰ ਵਿੱਚ ਲਿਆਉਣ ਵਾਸਤੇ ਹੀ ਬਾਬਾ ਫਰੀਦ ਸਾਹਿਬ ਨੇ ਇਹ ਵਚਨ ਉਚਾਰਨ ਕੀਤੇ ਸੀ ਕਿ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਅਸਲ ਵਿੱਚ ਇਹ ਜਿਹੜੇ ਅੰਮ੍ਰਿਤਮਈ ਬਚਨ ਨੇ ਬਾਬਾ ਫਰੀਦ ਸਾਹਿਬ ਦੇ, ਇਹ ਸਾਡੇ ਮਨ ਨੂੰ ਸੰਤੁਸ਼ਟ ਕਰਨ ਵਾਸਤੇ ਨੇ, ਸਾਡੇ ਮਨ ਦੇ ਵਿੱਚ ਸਬਰ ਤੇ ਸੰਤੋਖ ਭਰਨ ਵਾਸਤੇ। ਹਾਲਾਂਕਿ ਲੱਕੜ ਦੀ ਰੋਟੀ ਨਾ ਕਿਸੇ ਖਾਧੀ ਤੇ ਨਾ ਕਿਸੇ ਨੇ ਖਾਣੀ ਹੈ, ਤੇ ਨਾ ਹੀ ਬਾਬਾ ਫਰੀਦ ਸਾਹਿਬ ਨੇ ਲੱਕੜ ਦੀ ਰੋਟੀ ਬਣਾ ਕੇ ਰੱਖੀ। ਉਹ ਤਾਂ ਮਿਹਨਤ ਦੀ ਜਿਹੜੀ ਕਮਾਈ ਹੈ, ਜਾਂ ਸੁੱਕੀ ਰੋਟੀ ਨੂੰ ਵੀ ਇੱਕ ਲੱਕੜ ਦਾ ਰੂਪ ਦੇ ਕੇ ਸਮਝਾਉਂਦੇ ਨੇ ਕਿ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀਆਂ ਚੌਪੜੀਆਂ ਘਣੇ ਸਹਿਣਗੇ ਦੁੱਖ। ਤ੍ਰਿਸ਼ਨਾ ਵਿੱਚ, ਲੋਭ ਲਾਲਚ ਦੇ ਵਿੱਚ ਜਿਨ੍ਹਾਂ ਖਾਧੀਆਂ ਚੌਪੜੀਆਂ, ਕਹਿਣ ਲੱਗੇ ਜਿਨ੍ਹਾਂ ਹੇਰਾ ਫੇਰੀਆਂ ਕੀਤੀਆਂ, ਲੋਭ ਲਾਲਚ ਵਿੱਚ ਆ ਕੇ ਬੁਰੇ ਮਾੜੇ ਕਰਮ ਕੀਤੇ, ਉਹਨਾਂ ਨੂੰ ਫਿਰ ਅੰਤ ਜਿਹੜਾ ਉਹ ਦੁੱਖ ਹੀ ਸਹਿਣਾ ਪੈਂਦਾ ਹੈ। ਮਨ ਫਿਰ ਨਹੀਂ ਰਾਜੀ ਹੁੰਦਾ, ਮਨ ਵਿੱਚ ਸੰਤੁਸ਼ਟੀ ਫਿਰ ਨਹੀਂ ਆਉਂਦੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੁੱਖੀ ਸੁਖੀ ਖਾਏ ਕੈ, ਠੰਡਾ ਪਾਣੀ ਪੀਓ, ਦੇਖ ਪਰਾਈ ਚੌਪੜੀ ਨਾ ਤਰਸਾਏ ਜੀਓ। ਜਦੋਂ ਅਸੀਂ ਇਹਦੇ ਅਰਥ ਸਮਝਾਂਗੇ ਤੇ ਸਾਡੇ ਮਨ ਵਿੱਚ ਸਬਰ ਆਏਗਾ, ਸੰਤੋਖ, ਮਨ ਸੰਤੁਸ਼ਟ ਹੋ ਜਾਏਗਾ ਕਿ ਜੋ ਮਾਲਕ ਨੇ ਸਾਨੂੰ ਦਿੱਤਾ ਹੈ ਉਹਦੇ ਵਿੱਚ ਹੀ ਰਹਿ ਕੇ ਅਸੀਂ ਉਸ ਮਾਲਕ ਦਾ ਸ਼ੁਕਰਾਨਾ ਕਰਨਾ। ਪਰ ਜਦੋਂ ਅਸੀਂ ਦੂਜਿਆਂ ਵੱਲ ਤੱਕਾਂਗੇ ਤੇ ਜੀ ਤਰਸਾਏਗਾ ਕਿ ਫਲਾਣੇ ਵਰਗਾ ਜੀਵਨ ਮੇਰਾ ਵੀ ਹੋ ਜਾਏ, ਜੋ ਉਹਦੇ ਕੋਲ ਹੈ ਉਹ ਮੇਰੇ ਕੋਲ ਵੀ ਹੋਵੇ, ਉਹਦੇ ਵਿੱਚ ਜੀ ਤਰਸਾਏਗਾ ਤੇ ਉਹਦੀ ਪ੍ਰਾਪਤੀ ਲਈ ਫਿਰ ਬੰਦਾ ਹੱਥ ਪੈਰ ਮਾਰੇਗਾ, ਮਾੜੇ ਕਰਮ ਕਰੇਗਾ, ਬੁਰੇ ਕਰਮ ਕਰੇਗਾ, ਝੂਠ ਦਾ ਸਹਾਰਾ ਲਏਗਾ। ਮਨ ਫਿਰ ਵੀ ਸੰਤੁਸ਼ਟ ਨਹੀਂ ਹੋਏਗਾ, ਮਨ ਵੀ ਰਾਜੀ ਫਿਰ ਵੀ ਨਹੀਂ ਹੋਣਾ। ਇਸ ਲਈ ਗੁਰਬਾਣੀ ਜਦੋਂ ਅਸੀਂ ਅਭਿਆਸ ਕਰਦੇ ਹਾਂ ਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਥਾਲ ਦੇ ਰੂਪ ਵਿੱਚ ਨੇ, ਜਿਹਦੇ ਵਿੱਚ ਗੁਰਬਾਣੀ ਰੂਪੀ ਭੋਜਨ ਪਰੋਸ ਕੇ ਸਾਨੂੰ ਦਿੱਤਾ ਗਿਆ ਹੈ। ਇਹ ਸਾਡੀ ਰੂਹ ਦੀ ਖੁਰਾਕ ਹੈ, ਜਿਹੜਾ ਅੰਨ ਦਾ ਭੋਜਨ ਹੈ ਉਹ ਸਾਡੇ ਸਰੀਰ ਦੀ ਖੁਰਾਕ ਹੈ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਦੋ ਤਰ੍ਹਾਂ ਦੇ ਲੰਗਰ ਚੱਲਦੇ ਨੇ, ਇੱਕ ਸ਼ਬਦ ਦਾ ਲੰਗਰ ਹੈ, ਇੱਕ ਅੰਨ ਦਾ ਲੰਗਰ ਹੈ। ਇੱਕ ਸਰੀਰ ਦੀ ਖੁਰਾਕ ਹੈ, ਇੱਕ ਸਾਡੀ ਰੂਹ ਦੀ ਖੁਰਾਕ ਹੈ। ਜਿਹੜੀ ਸਾਡੀ ਸਰੀਰ ਦੀ ਖੁਰਾਕ ਹੈ ਉਹ ਅੰਨ ਦਾ ਲੰਗਰ ਤਿਆਰ ਹੁੰਦਾ, ਉਹ ਵੱਖਰਾ ਲੰਗਰ ਹਾਲ ਬਣਾਇਆ ਗਿਆ। ਪਰ ਗੁਰੂ ਦਰਬਾਰ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਸਤ ਸੰਗਤ ਵਿੱਚ ਆ ਕੇ ਬੈਠੇ ਹਾਂ, ਇੱਥੇ ਅਸੀਂ ਸ਼ਬਦ ਦਾ ਲੰਗਰ ਛਕਣਾ ਹੈ, ਜਿਹੜਾ ਸਾਡੀ ਰੂਹ ਦੀ ਖੁਰਾਕ। ਅਸੀਂ ਸਰੀਰ ਦੀ ਖੁਰਾਕ ਤਾਂ ਲੈ ਲਈ, ਪਰ ਇਹ ਦੇਖਿਆ ਕਿ ਅਸੀਂ ਰੂਹ ਦੀ ਖੁਰਾਕ ਲਈ ਕਿ ਨਹੀਂ ਲਈ। ਸਾਨੂੰ ਆ ਸ਼ਬਦ ਦਾ ਲੰਗਰ ਜਿਹੜਾ ਸੀ ਇਹ ਮਿਲਿਆ ਕਿ ਨਹੀਂ ਮਿਲਿਆ, ਇਹ ਸਾਡੀ ਰੂਹ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ। ਤੇ ਜਦੋਂ ਅਸੀਂ ਇਹ ਥਾਲ ਵਿੱਚ ਪਰੋਸਿਆ ਹੋਇਆ ਸ਼ਬਦ ਦਾ ਲੰਗਰ ਅਸੀਂ ਛਕਾਂਗੇ ਤਾਂ ਸਾਡੇ ਮਨ ਵਿੱਚ ਸਬਰ ਸੰਤੋਖ ਆਏਗਾ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਕਹਿਣ ਲੱਗੇ ਇਹਦੇ ਵਿੱਚ ਸਤ ਸੰਤੋਖ ਦਾ ਭੋਜਨ ਹੈ। ਤੇ ਅਗਾਂਹ ਜਾ ਕੇ ਕਹਿੰਦੇ ਨੇ ਜਿਹੜਾ ਇਹਨੂੰ ਖਾਏਗਾ ਔਰ ਇਹਨੂੰ ਪਚਾ ਕੇ ਰੂਹ ਤੱਕ, ਆਪਣੀ ਆਤਮਿਕ ਮੰਡਲ ਦੀ ਅਵਸਥਾ ਤੱਕ ਪਹੁੰਚਾਏਗਾ, ਉਹਨੇ ਪਹੁੰਚਾਉਣਾ ਕਿਹਨੇ ਹੈ? ਮਨ ਨੇ। ਗੁਰਬਾਣੀ ਦਾ ਸ਼ਬਦ ਦਾ ਲੰਗਰ ਜਿਹੜਾ ਹੈ ਇਹ ਮਨ ਨੇ ਉਸ ਰੂਹ ਤੱਕ ਪਹੁੰਚਾਉਣਾ ਹੈ। ਤੇ ਜਿਹੜਾ ਖਾ ਕੇ ਪਚਾਉਂਦਾ ਉਹਦਾ ਉਧਾਰ ਵੀ ਹੁੰਦਾ ਹੈ। ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਸ ਲਈ ਕਹਿ ਰਹੇ ਨੇ ਕਿ ਜਿਹੜਾ ਅੱਜ ਗੁਰੂ ਸਾਹਿਬ ਨੇ ਸਾਨੂੰ ਬਾਣੀ ਕਾ ਬੋਹਿਤ ਬਣ ਕੇ ਇਹ ਸਾਨੂੰ ਥਾਲ ਦੇ ਵਿੱਚ ਅੰਮ੍ਰਿਤਮਈ ਬਾਣੀ ਦਾ ਭੋਜਨ ਪਰੋਸ ਕੇ ਦਿੱਤਾ ਸਬਰ ਵਾਸਤੇ। ਪਰ ਗੁਰੂ ਅਰਜਨ ਦੇਵ ਮਹਾਰਾਜ
ਤੁਹਾਡੇ ਅੰਦਰ ਵੀ ਜਿਹੜਾ ਉਹ ਸਬਰ ਸੰਤੋਖ ਸਮਾਇਆ ਹੋਇਆ ਹੈ। ਕਿਉਂਕਿ ਜਿਹੜਾ ਸਬਰ ਸੰਤੋਖੀ ਹੋਏਗਾ ਉਹੀ ਕਿਸੇ ਨੂੰ ਸਬਰ ਸੰਤੋਖ ਵਾਲਾ ਉਪਦੇਸ਼ ਦੇ ਸਕਦਾ ਹੈ। ਜਿਹਦਾ ਮਨ ਆਪਣਾ ਲੋਭੀ ਹੋਏਗਾ, ਲਾਲਚੀ ਹੋਏਗਾ, ਜਿਹਦੇ ਮਨ ਵਿੱਚ ਤ੍ਰਿਸ਼ਨਾ ਹੋਏਗੀ, ਉਹ ਦੂਜਿਆਂ ਨੂੰ ਕਿਵੇਂ ਸਬਰ ਸੰਤੋਖ ਵਾਲਾ, ਮਨ ਦੀ ਸੰਤੁਸ਼ਟੀ ਵਾਲਾ ਉਪਦੇਸ਼ ਦੇ ਸਕਦਾ ਹੈ, ਕਿਉਂਕਿ ਉਹ ਤੇ ਆਪ ਲੋਭ ਲੱਭ ਲੋਭ ਹੰਕਾਰ ਨਾਲ ਭਰਿਆ ਹੈ। ਜਦੋਂ ਅਸੀਂ ਸਬਰ ਸੰਤੋਖ ਵਾਲੇ ਸਤਿਗੁਰੂ ਦੀ ਹਜ਼ੂਰੀ ਵਿੱਚ ਆਏ ਤਾਂ ਸਤਿਗੁਰੂ ਜੀ ਕਹਿੰਦੇ ਆ ਤੇਰਾ ਮੇਲ ਪਰਮੇਸ਼ਵਰ ਨਾਲ ਨਹੀਂ ਹੋ ਸਕਦਾ, ਕਿਉਂਕਿ ਤੇਰੇ ਕੱਪੜਿਆਂ ਨੂੰ, ਤੇਰੇ ਅੰਦਰ ਮਨ ਦੇ ਕੱਪੜੇ ਨੂੰ ਲੱਭ ਤੇ ਲੋਭ ਦਾ ਰੰਗ ਲੱਗਾ ਹੋਇਆ ਹੈ। ਇਹਨੂੰ ਉਤਾਰ ਕੇ ਪਹਿਲਾਂ ਸਬਰ ਆਪਣੇ ਅੰਦਰ, ਸੰਤੋਖ ਆਪਣੇ ਅੰਦਰ ਲੈ ਕੇ ਆ। ਉਸ ਮਾਲਕ ਦੇ ਹੁਕਮ ਦੇ ਵਿੱਚ ਤਾਂ ਤੂੰ ਚੱਲ ਸਕੇਗਾ। ਜਦੋਂ ਅਸੀਂ ਆਏ ਤੇ ਸਾਹਿਬ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜਿਆ ਜਾਏ। ਤੂੰ ਅਕਾਲ ਪੁਰਖ ਮਾਲਕ ਦੇ ਚਰਨਾਂ ਵਿੱਚ ਕਿਵੇਂ ਆਪਣੀ ਪਹੁੰਚ ਕਰੇ, ਪਹਿਲਾਂ ਤੈਨੂੰ ਅੰਦਰ ਸਬਰ ਸੰਤੋਖ ਵਾਲਾ ਜੀਵਨ ਬਣਾਉਣਾ ਪਏਗਾ। ਤੇ ਇਹ ਸਬਰ ਔਰ ਸੰਤੋਖ ਉੱਥੇ ਹੀ ਬਣਨਾ ਜਿੱਥੇ ਇਹ ਬਖਸ਼ਿਸ਼ਾਂ ਹੋਣਗੀਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਰਥਾਏ ਭੱਟ ਜੀ ਕਹਿੰਦੇ ਨੇ, ਖੇਲ ਗੂੜਹੁ ਕੀਓ ਹਰ ਰਾਏ। ਹਰ ਰਾਏ ਹਰੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਗੂੜਾ ਖੇਲ ਜਿਹੜਾ ਉਹ ਰਚਾਇਆ। ਗੁੱਝਾ ਖੇਲ ਹੈ ਉਸ ਮਾਲਕ ਦਾ, ਜਿਹਦੇ ਵਿੱਚ ਸੰਤੋਖ ਸਮਾਚਰਿਓ। ਗੁਰੂ ਅਰਜਨ ਦੇਵ ਮਹਾਰਾਜ ਜੀ ਤੁਹਾਡੇ ਅੰਦਰ ਜਿਹੜਾ ਸਬਰ ਹੈ, ਤੁਹਾਡੇ ਅੰਦਰ ਜਿਹੜਾ ਸੰਤੋਖ ਹੈ, ਉਹ ਤੁਹਾਡੇ ਵਿੱਚ ਸਮਾ ਗਿਆ। ਤੁਸੀਂ ਸੰਤੋਖ ਸਬਰ ਦੀ ਮੂਰਤ ਹੋ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਕੇ ਨਿਵਾਜਿਆ ਤਾਂ ਪ੍ਰਿਥੀ ਚੰਦ ਨੇ ਜਿਹੜਾ ਉਸ ਵੇਲੇ ਵਿਰੋਧ ਕੀਤਾ, ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵੱਡਾ ਭਰਾ, ਇਹਨੇ ਐਸਾ ਵਿਰੋਧ ਕੀਤਾ ਕਿ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਵਾਸਤੇ ਇਹਨੇ ਆਪਣੀ ਵੱਖਰੀ ਗੱਦੀ ਲਾ ਲਈ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਮਾਲਕ ਹਾਂ, ਮੈਨੂੰ ਗੁਰੂ ਮੰਨਿਆ। ਜਿਹੜਾ ਅਸਲ ਗੁਰੂ ਹੈ ਉਹ ਕਹਿੰਦਾ ਹੀ ਨਹੀਂ, ਪਰ ਜਿਹੜਾ ਡੁਪਲੀਕੇਟ ਬਨਾਵਟੀ ਗੁਰੂ ਹੈ ਨਾ, ਉਹ ਆਵਾਜ਼ਾਂ ਮਾਰ ਮਾਰ ਕੇ ਕਹਿੰਦਾ ਮੈਂ ਗੁਰੂ ਹਾਂ, ਮੇਰੇ ਕੋਲ ਆਓ। ਹੁਣ ਇਹਨੇ ਆਪਣੇ ਨਾਲ ਕੁਝ ਜਿਹੜੇ ਸਾਥੀ ਐਸੇ ਬਣਾ ਲਏ ਜਿਨ੍ਹਾਂ ਨੂੰ ਰਾਹ ਦੇ ਵਿੱਚ ਰੋਕ ਕੇ ਕਹਿੰਦਾ ਹੈ ਕਿ ਤੁਸੀਂ ਜਿੰਨੀਆਂ ਵੀ ਸੰਗਤਾਂ ਨੇ ਉਹ ਇਸ ਰਾਹਾਂ ਤੋਂ ਆਉਣਗੀਆਂ ਤੇ ਉਹਨਾਂ ਨੂੰ ਪ੍ਰੇਰ ਕੇ ਤੁਸੀਂ ਮੇਰੇ ਕੋਲ ਲੈ ਕੇ ਆਉਣਾ। ਪ੍ਰਿਥੀ ਚੰਦ ਦੇ ਜਿਹੜੇ ਭੇਜੇ ਹੋਏ ਸੇਵਕ ਨੇ ਇਹ ਰਸਤੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਪ੍ਰੇਰ ਕੇ ਲੈ ਕੇ ਜਾਂਦੇ ਨੇ ਪ੍ਰਿਥੀ ਚੰਦ ਕੋਲ ਕਿ ਇਹ ਹੈ ਧੰਨ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰਤਾ ਗੱਦੀ ਤੇ ਬਿਰਾਜਮਾਨ। ਕਹਿੰਦੇ ਨੇ ਉਸ ਪ੍ਰਿਥੀ ਚੰਦ ਦੇ ਕੋਲ ਸੰਗਤਾਂ ਆਉਣੀਆਂ, ਤਿਲ ਫੁੱਲ ਪਿਟਾਵਾਂ ਉੱਥੇ ਆਉਣੀਆਂ, ਪਰ ਜਿਨ੍ਹਾਂ ਨੂੰ ਪਤਾ ਸੀ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਆਉਂਦੇ। ਕਹਿਣ ਤੋਂ ਭਾਵ ਕਿ ਲੰਗਰ ਦੇ ਵਿੱਚ ਵੀ ਐਸਾ ਮਸਤਾਨਾ ਸਮਾਂ ਬਣ ਗਿਆ ਕਿ ਸਿਰਫ ਤੇ ਸਿਰਫ ਛੋਲੇ ਜਿਹੜੇ ਨੇ ਉਹੀ ਛਕਣ ਵਾਸਤੇ ਮਿਲਦੇ। ਭਾਈ ਗੁਰਦਾਸ ਜੀ ਆਉਂਦੇ ਨੇ। ਭਾਈ ਗੁਰਦਾਸ ਜੀ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿਹੜਾ ਉਹ ਮਾਮਾ ਜੀ ਵੀ ਲੱਗਦੇ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਰਿਵਾਰ ਦੇ ਵਿੱਚੋਂ ਨੇ ਭਾਈ ਗੁਰਦਾਸ ਜੀ। ਜਦੋਂ ਆਏ ਤੇ ਦੇਖਿਆ ਵੀ ਪ੍ਰਿਥੀ ਚੰਦ ਨੇ ਅਡੰਬਰ ਰਚ ਲਿਆ, ਇਹ ਤੇ ਆਪਣੇ ਮਗਰ ਸਾਰਿਆਂ ਨੂੰ ਲਾਉਂਦਾ ਹੈ, ਪਰ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤ ਹੋ ਕੇ ਬੈਠੇ ਨੇ, ਕੋਈ ਉਤਾਵਲਾਪਨ ਨਹੀਂ, ਆਪਣੇ ਅੰਦਰ ਦੀ ਸਹਿਨਸ਼ੀਲਤਾ ਨੂੰ ਨਹੀਂ ਗਵਾਉਂਦੇ, ਆਪਣੇ ਅੰਦਰ ਦਾ ਸਬਰ ਜਿਹੜਾ ਉਹਨੂੰ ਕਾਇਮ ਰੱਖਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਆਏ, ਸਾਰਾ ਮਾਹੌਲ ਵੇਖਿਆ ਕਿ ਗੁਰੂ ਸਾਹਿਬ ਕਿੰਨਾ ਸਬਰ ਹੈ ਤੁਹਾਡੇ ਅੰਦਰ, ਕਿ ਤੁਸੀਂ ਆਪਣੇ ਅੰਦਰ ਉਤਾਵਲਾਪਨ ਲਿਆ ਕੇ ਐਸਾ ਕੋਈ ਵੀ ਬੋਲ ਨਹੀਂ ਬੋਲਿਆ, ਕੋਈ ਵੀ ਐਸਾ ਜਿਹੜਾ ਉਹ ਕਰਮ ਨਹੀਂ ਕੀਤਾ, ਭਾਵ ਸਬਰ ਰੱਖ ਕੇ
ਉਸ ਮਾਲਕ ਦੇ ਭਾਣੇ ਨੂੰ ਮੰਨਿਆ ਹੈ। ਫਿਰ ਭਾਈ ਗੁਰਦਾਸ ਜੀ ਪ੍ਰੇਰ ਕੇ ਸੰਗਤਾਂ ਨੂੰ ਲਿਆਉਂਦੇ ਆ ਵੀ ਆਹ ਹੈ ਗੁਰੂ ਅਰਜਨ ਦੇਵ ਜੀ, ਤਖਤ ਬੈਠਾ ਅਰਜਨ ਗੁਰੂ, ਸਤਿਗੁਰੂ ਕਾ ਖਿਵੈ ਚੰਦੋਵਾ। ਜਿਹੜਾ ਸੀਸ ਦੇ ਉਤੇ ਚੰਦੋਆ ਸਜਦਾ ਹੈ ਉਹ ਧੰਨ ਗੁਰੂ ਅਰਜਨ ਦੇਵ ਜੀ ਨੇ। ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਵਿੱਚ ਹਰਗੋਬਿੰਦ ਸਾਹਿਬ ਜੀ ਦੀ ਪੁੱਤਰ ਦੀ ਦਾਤ ਆਉਂਦੀ ਹੈ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਦਾਤੇ ਨੇ ਦਾਤ ਦਿੱਤੀ ਹਰਗੋਬਿੰਦ ਸਾਹਿਬ ਜੀ ਦੇ ਰੂਪ ਵਿੱਚ, ਔਰ ਪ੍ਰਿਥੀ ਚੰਦ ਨੇ ਬੜੇ ਯਤਨ ਕੀਤੇ, ਜ਼ਹਿਰ ਦੇ ਕੇ ਵੀ ਮੁਕਾਉਣ ਦਾ ਯਤਨ ਕੀਤਾ, ਤਰ੍ਹਾਂ ਤਰ੍ਹਾਂ ਦੇ ਉਪਾਅ ਉਪਰਾਲੇ ਕੀਤੇ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਨਾਲ ਨਾਲ ਇਹ ਪਤਾ ਵੀ ਲੱਗਦਾ ਗਿਆ ਜੇ ਦਾਈ ਆਈ ਤਾਂ ਉਹ ਵੀ ਆਪਣੇ ਪ੍ਰਾਣ ਤਿਆਗਣ ਲੱਗਿਆ। ਅਖੀਰਲਾ ਸਾਹ ਉਹਦੇ ਅੰਦਰੋਂ ਜਦੋਂ ਨਿਕਲਣਾ, ਉਹਨੇ ਆਖਿਆ ਗੁਰੂ ਅਰਜਨ ਦੇਵ ਪਾਤਸ਼ਾਹ ਮੈਨੂੰ ਬਖਸ਼ ਦਿਓ, ਮੈਂ ਲੋਭ ਲਾਲਚ ਵਿੱਚ ਆ ਕੇ ਇਹ ਕਰਮ ਕਰਨ ਲੱਗੀ ਸਾਂ, ਪਰ ਕਰਾਉਣ ਵਾਲਾ ਤੁਹਾਡਾ ਭਰਾ ਪ੍ਰਿਥੀ ਚੰਦ ਹੈ। ਜੇ ਉਹ ਦਾਏ ਦੇ ਰੂਪ ਵਿੱਚ ਬ੍ਰਾਹਮਣ ਆਉਂਦਾ ਹੈ ਤਾਂ ਉਹ ਵੀ ਅਖੀਰਲੇ ਸਵਾਸਾਂ ਵਿੱਚ ਸੱਚ ਬੋਲਦਾ ਹੈ ਕਿ ਕਰਮ ਭਾਵੇਂ ਮੈਂ ਕੀਤਾ ਲੋਭ ਲਾਲਚ ਵਿੱਚ ਆ ਕੇ, ਪਰ ਕਰਾਉਣ ਵਾਲਾ ਤੁਹਾਡਾ ਭਰਾ ਪ੍ਰਿਥੀ ਚੰਦ ਹੈ। ਗੁਰੂ ਸਾਹਿਬ ਜੀ ਨੂੰ ਜਦੋਂ ਜਦੋਂ ਵੀ ਉਹਨੇ ਯਤਨ ਕੀਤਾ ਤੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੂੰ ਖਬਰ ਮਿਲਦੀ ਗਈ ਕਿ ਇਹ ਸਾਰਾ ਕੁਝ ਕੀਤਾ ਕਰਾਇਆ ਪ੍ਰਿਥੀ ਚੰਦ ਦਾ, ਪਰ ਫਿਰ ਵੀ ਅੰਦਰ ਸਬਰ ਰੱਖਦੇ ਨੇ। ਫਿਰ ਵੀ ਕਿੰਨਾ ਅੰਦਰ ਸਬਰ ਸਹਿਨਸ਼ੀਲਤਾ ਹੈ ਗੁਰੂ ਸਾਹਿਬ ਦੇ, ਉਤਾਵਲੇ ਹੋ ਕੇ ਲੜਨ ਵਾਸਤੇ ਨਹੀਂ ਚਲੇ ਗਏ। ਜਾਂ ਕੋਈ ਐਸਾ ਬੋਲ ਆ ਜਿਹੜਾ ਪ੍ਰਿਥੀ ਚੰਦ ਦੇ ਪਰਥਾਏ ਨਹੀਂ ਗੁਰੂ ਸਾਹਿਬ ਨੇ ਬੋਲਿਆ। ਇਹ ਹੈ ਅੰਦਰ ਦਾ ਸਬਰ, ਇਹ ਅੰਦਰ ਦੀ ਸਹਿਨਸ਼ੀਲਤਾ। ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਸੀਂ ਤਤੀ ਤਵੀ ਤੇ ਬੈਠੇ ਹੋ ਤੇ ਚਾਰੇ ਪਾਸੇ ਜਿਹੜੇ ਕ੍ਰੋਧ ਨਾਲ ਭਰੇ ਹੋਏ ਤੁਹਾਡਾ ਵਿਰੋਧ ਕਰ ਰਹੇ ਨੇ, ਪਰ ਤੁਸੀਂ ਉਸ ਤਤੀ ਤਵੀ ਤੇ ਬੈਠ ਕੇ ਵੀ ਕ੍ਰੋਧ ਵਿੱਚ ਆ ਕੇ ਉਹਨਾਂ ਦਾ ਵਿਰੋਧ ਨਹੀਂ ਕੀਤਾ। ਤੁਸੀਂ ਆਪਣਾ ਸਬਰ ਨਹੀਂ ਜਿਹੜਾ ਉਹ ਟੁੱਟਣ ਦਿੱਤਾ, ਆਪਣੇ ਅੰਦਰ ਦੀ ਸਹਿਨਸ਼ੀਲਤਾ ਨੂੰ ਕਮਜ਼ੋਰ ਨਹੀਂ ਪੈਣ ਦਿੱਤਾ। ਸਤਿਗੁਰੂ ਪਾਤਸ਼ਾਹ ਤੁਸੀਂ ਸਹਿਨਸ਼ੀਲਤਾ ਦੇ ਮਾਲਕ ਹੋ, ਸਬਰ ਤੇ ਸੰਤੋਖ ਦੇ ਮਾਲਕ ਹੋ। ਇੰਨਾ ਕੁਝ ਵਰਤ ਜਾਂਦਾ ਹੈ ਪਰ ਫਿਰ ਵੀ ਤੁਹਾਡੇ ਅੰਦਰ ਦਾ ਸਬਰ ਦਾ ਬੰਨ ਨਹੀਂ ਟੁੱਟਦਾ, ਫਿਰ ਵੀ ਸਹਿਨਸ਼ੀਲਤਾ ਜਿਹੜੀ ਹੈ ਉਹ ਤੁਹਾਡੇ ਅੰਦਰ ਕਮਜ਼ੋਰ ਨਹੀਂ ਪੈਂਦੀ। ਪਰ ਦੁਨੀਆ ਦੀ ਹਾਲਤ ਵੇਖੋ, ਅਸੀਂ ਕਿਉਂ ਐਸੇ ਗੁਰੂ ਸਾਹਿਬ ਦੇ ਚਰਨੀ ਲੱਗਣਾ ਹੈ, ਐਸੇ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਗੁਰਬਾਣੀ ਦਾ ਗਿਆਨ ਲੈਣਾ, ਕਿਉਂਕਿ ਅਸੀਂ ਕਮਜ਼ੋਰ ਹੋ ਚੁੱਕੇ ਹਾਂ। ਨਾ ਸਾਡੇ ਅੰਦਰ ਸਬਰ ਸੰਤੋਖ ਹੈ, ਨਾ ਸਾਡੇ ਅੰਦਰ ਸਹਿਨਸ਼ੀਲਤਾ ਹੈ। ਹੁਣ ਮਾੜੀ ਜੀ ਵੀ ਗੱਲ ਕਿਸੇ ਨੂੰ ਕਹਿ ਕੇ ਵੇਖੋ, ਅਗਲਾ ਮਾਰਨ ਤੱਕ ਆ ਜਾਂਦਾ ਹੈ। ਅੱਜ ਤੇ ਹਾਲਾਤ ਇਦਾਂ ਦੇ ਨੇ ਕਿ ਚਲੋ ਕਿਸੇ ਸਿਆਣੇ ਬਿਆਣੇ ਦੀ ਗੱਲ ਤਾਂ ਕੀ ਕਰੀਏ, ਛੋਟੇ ਜਿਹੇ ਬੱਚੇ ਨੂੰ ਛੇੜ ਕੇ ਵੇਖ ਲਓ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਦੇ ਜਿਹੜੇ ਤਿੰਨ ਪੜਾਅ ਨੇ, ਇਹ ਤਿੰਨ ਪੜਾਅ ਵੇਖ ਲਓ ਅੱਜ ਸਹਿਨਸ਼ੀਲਤਾ ਕਿਹਦੇ ਅੰਦਰ ਨਜ਼ਰ ਆਉਂਦੀ ਹੈ। ਆ ਨੌਜਵਾਨ ਦੇਖ ਲਓ, ਮਾੜੀ ਮਾੜੀ ਗੱਲ ਤੇ ਆਪਸ ਵਿੱਚ ਭਿੜ ਜਾਣਾ, ਮਾੜੀ ਮਾੜੀ ਗੱਲ ਉੱਤੇ ਜਿਹੜਾ ਹਥਿਆਰ ਚੁੱਕ ਕੇ ਤੇ ਗਲੀਆਂ ਵਿੱਚ ਆ ਕੇ ਲਲਕਾਰੇ ਮਾਰਨੇ। ਸਹਿਨਸ਼ੀਲਤਾ ਸਾਡੇ ਅੰਦਰ ਕਿੱਥੇ ਰਹਿ ਗਈ? ਸਬਰ ਤੇ ਸੰਤੋਖ ਸਾਡੇ ਅੰਦਰ ਕਿੱਥੇ? ਮਾੜੀ ਮਾੜੀ ਗੱਲ ਤੇ ਲੜਾਈਆਂ ਝਗੜੇ ਹੋ ਜਾਂਦੇ ਨੇ, ਕਤਲੇਆਮ ਹੋ ਜਾਂਦੇ ਨੇ, ਘਰਾਂ ਦੇ ਘਰ ਬਰਬਾਦ ਹੋ ਜਾਂਦੇ ਨੇ। ਕਿਉਂ? ਕਿਉਂਕਿ ਅੰਦਰ ਸਹਿਨਸ਼ੀਲਤਾ, ਸਹਿਨ ਕਰਨ ਦੀ ਸ਼ਕਤੀ ਨਹੀਂ ਹੈ। ਕੋਈ ਗੱਲ ਬਰਦਾਸ਼ਤ ਕਰਨ ਦੀ ਜਿਹੜੀ ਹੈ ਉਹ ਅੰਦਰ ਪਾਵਰ ਹੀ ਨਹੀਂ ਹੈ। ਉਹ ਪਾਵਰ ਕਿੱਥੋਂ ਆਉਣੀ ਸੀ? ਬਾਣੀ ਦਾ ਅਭਿਆਸ ਕਰਕੇ। ਜਦੋਂ ਅਸੀਂ ਬਾਣੀ ਦੇ ਅਭਿਆਸੀ ਬਣਨਾ ਸੀ ਤੇ ਉਹ ਗੱਲ ਨੂੰ ਸਹਿਨ ਕਰਨ ਦੀ ਅੰਦਰ ਪਾਵਰ ਆਉਣੀ। ਜੇ ਕੋਈ ਮੰਨ ਲਓ ਸੰਗਤ ਕਰ ਰਹੇ ਆ, ਬਾਣੀ ਪੜ੍ਹ ਰਹੇ ਆ, ਤੁਸੀਂ ਆਪਣੇ ਵੱਲੋਂ ਚੰਗਾ ਕਰਮ ਕਰ ਰਹੇ ਹੋ, ਪਰ ਲੋਕ ਤੁਹਾਡੀ ਨਿੰਦਾ ਕਰਦੇ ਨੇ, ਲੋਕ ਤੁਹਾਡੀ ਬੁਰੀਾਈ ਕਰਦੇ ਨੇ, ਤੇ ਜੇ ਤੁਹਾਡੇ ਕੋਲ ਉਹ ਸਹਿਨ ਕਰਨ ਵਾਲੀ ਪਾਵਰ ਹੋਏਗੀ ਤਾਂ ਤੁਸੀਂ ਦੁਖੀ ਪਰੇਸ਼ਾਨ ਨਹੀਂ ਹੋਵੋਗੇ, ਤੁਸੀਂ ਆਪਣਾ ਰਸਤਾ ਨਹੀਂ ਬਦਲੋਗੇ। ਤੇ ਜੇ ਤੁਹਾਡੇ ਕੋਲ ਅੰਦਰ ਸਹਿਨਸ਼ੀਲਤਾ ਵਾਲੀ ਪਾਵਰ ਨਹੀਂ ਹੋਏਗੀ
ਮਾੜੀ ਜੀ ਵੀ ਗੱਲ ਸੁਣੀ ਤੇ ਤੁਸੀਂ ਗੁਰੂ ਦਾ ਦਰ ਵੀ ਛੱਡ ਦਿਓਗੇ, ਸੰਗਤ ਸੇਵਾ ਵੀ ਤੁਹਾਡੇ ਕੋਲੋਂ ਛੁੱਟ ਜਾਏਗੀ। ਤੁਸੀਂ ਕਹੋਗੇ ਕੀ ਲੈਣਾ, ਲੋਕ ਤਾਂ ਇਸ ਤਰ੍ਹਾਂ ਕਹਿੰਦੇ ਨੇ, ਪਰ ਗੁਰੂ ਸਾਹਿਬ ਕਹਿੰਦੇ ਗੁਰੂ ਕੇ ਸਿਖਾ ਤੇਰੇ ਵਿੱਚ ਇੰਨੀ ਪਾਵਰ ਹੋਣੀ ਚਾਹੀਦੀ ਹੈ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਇਹ ਸਹਿਨਸ਼ੀਲਤਾ ਹੀ ਹੈ ਨਾ, ਆਪਣਾ ਗੁਣ ਨਾ ਗਵਾਵੇ। ਅਸੀਂ ਆਪਣਾ ਗੁਣ ਕਿਉਂ ਗਵਾਈਏ? ਅੰਦਰ ਸਹਿਨ ਕਰਨ ਵਾਲੀ ਪਾਵਰ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਪਰ ਅੰਦਰ ਇਹ ਪਾਵਰ, ਮੇਰੇ ਲਈ ਕਹਿਣਾ ਵੀ ਸੌਖਾ ਹੋਏਗਾ। ਮਾੜੀ ਜੀ ਗੱਲ ਤੁਸੀਂ ਮਾੜਾ ਜਿਹਾ ਕਹਿ ਕੇ ਵੇਖੋ ਤੇ ਅੱਗ ਦੇ ਭਾਂਬੜ ਅੰਦਰ ਬਲ ਪੈਣੇ ਵੀ ਤੁਸੀਂ ਮੈਨੂੰ ਕਹਿਣ ਵਾਲੇ ਸਮਝਾਉਣ ਵਾਲੇ ਕੌਣ ਹੁੰਦੇ ਹੋ। ਪਰ ਇਹ ਬੋਲਣਾ ਬੜਾ ਸੌਖਾ ਹੈ ਕਿ ਅੰਦਰ ਸਹਿਨ ਕਰਨ ਵਾਸਤੇ ਕਿਸੇ ਦੀ ਗੱਲ ਨੂੰ ਸੁਣ ਕੇ ਅੰਦਰ ਸਹਿਨ ਕਰਨ ਦੀ ਸ਼ਕਤੀ ਹੋਣੀ, ਇਹ ਬੋਲਣਾ ਬੜਾ ਸੌਖਾ ਹੈ, ਪਰ ਇਸ ਜੀਵਨ ਨੂੰ ਬਣਾਉਣਾ ਬੜਾ ਔਖਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਮਿਹਰ ਕਰਨ ਜਿਹੜਾ ਆ ਗੁਣ ਸਾਨੂੰ ਦਿੱਤਾ ਹੈ, ਅਸੀਂ ਇਸ ਗੁਣ ਨੂੰ ਪੱਲੇ ਬੰਨ ਕੇ ਇਸ ਮਾਰਗ ਤੇ ਤੁਰੀਏ। ਕੋਈ ਬੁਰਾਈ ਕਰੇ, ਕੋਈ ਨਿੰਦਾ ਕਰੇ, ਕੋਈ ਚੁਗਲੀ ਕਰੇ, ਅਸੀਂ ਆਪਣੇ ਅੰਦਰ ਦੀ ਸਹਿਨਸ਼ੀਲਤਾ ਨੂੰ ਕਮਜ਼ੋਰ ਨਹੀਂ ਪੈਣ ਦੇਣਾ। ਜਦੋਂ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰ ਤੇ ਆ ਕੇ ਸੇਵਾ ਕਰਦੇ ਨੇ, ਤੇ ਜਿਨ੍ਹਾਂ ਨੂੰ ਪਤਾ ਲੱਗਦਾ ਕਿ ਇਹ ਗੁਰੂ ਅਮਰਦਾਸ ਜੀ ਇੱਕ ਤਾਂ ਵੈਸੇ ਹੀ ਬੜੇਪਾ ਸੀ, ਇੱਕ ਤੇ ਉਮਰ ਹੀ ਜਿਹੜੀ ਸੀ ਉਹ ਬੜੇਪੇ ਵਾਲੀ ਸੀ, ਤੇ ਦੂਜਾ ਸੇਵਾ ਕਰਦਿਆਂ ਜਿਹੜੇ ਆਸ-ਪਾਸ ਹੋਰ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸਪੁੱਤਰੀ ਜਿਹੜੀ ਹੈ ਇਹਨਾਂ ਦੇ ਭਤੀਜੇ ਨਾਲ ਵਿਆਹੀ ਹੋਈ ਹੈ, ਤੇ ਲੋਕਾਂ ਨੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗੁਰੂ ਅਮਰਦਾਸ ਜੀ ਨੂੰ। ਕਿਸੇ ਨੇ ਕੁਝ ਆਖਿਆ, ਕਿਸੇ ਨੇ ਕੁਝ ਆਖਿਆ, ਪਰ ਗੁਰੂ ਅਮਰਦਾਸ ਪਾਤਸ਼ਾਹ ਵਿੱਚ ਕਿੰਨੀ ਸਹਿਨਸ਼ੀਲਤਾ ਸੀ। ਕਿਸੇ ਦੀ ਗੱਲ ਨੂੰ ਸੁਣ ਕੇ ਅੰਦਰ ਸਹਿਨ ਕਰ ਜਾਣ ਦੀ ਕਿੰਨੀ ਪਾਵਰ ਸੀ ਗੁਰੂ ਸਾਹਿਬ ਦੇ ਅੰਦਰ। ਪਰਤ ਕੇ ਕਦੇ ਵੀ ਕੋੜਾ ਜਵਾਬ ਨਹੀਂ ਦਿੱਤਾ, ਕਦੇ ਵੀ ਕਿਸੇ ਨੂੰ ਮਾੜਾ ਬੋਲ ਨਹੀਂ ਬੋਲਿਆ, ਬਸ ਆਪਣੀ ਸੇਵਾ ਵਿੱਚ ਮਸਤ ਰਹੇ, ਆਪਣੇ ਅੰਦਰ ਨੂੰ ਘੜਨ ਦੇ ਵਿੱਚ ਹੀ ਮਸਤ ਰਹੇ। ਤੇ ਜੇ ਇਹ ਗੁਣ ਆਪਣਾ ਨਹੀਂ ਤਿਆਗਿਆ, ਫਿਰ ਇੱਕ ਦਿਨ ਭੱਲੇ ਅਮਰਦਾਸ ਗੁਣ ਤੇਰੇ ਤੇ ਉਪਮਾ ਤੋਹੇ ਬਨ ਆਵੇ ਦੇ ਮਾਲਕ ਬਣ ਗਏ। ਜੇ ਇੱਕ ਗੁਣ ਨਹੀਂ ਤਿਆਗਿਆ, ਇਹ ਸਾਨੂੰ ਵੀ ਗੁਰੂ ਸਾਹਿਬ ਕਿੰਨੀ ਵਾਰ ਆਪਾਂ ਹੁਕਮ ਸੁਣਦੇ ਹਾਂ ਕਿ ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਗੁਰੂ ਅਰਜਨ ਦੇਵ ਮਹਾਰਾਜ ਜੀ, ਤੁਹਾਡੇ ਵਿੱਚ ਬਹੁਤ ਸਬਰ ਹੈ, ਤੁਹਾਡੇ ਵਿੱਚ ਬਹੁਤ ਵੱਡਾ ਸੰਤੋਖ ਹੈ। ਤੁਸੀਂ ਆਪਣੇ ਜੀਵਨ ਕਾਲ ਦੇ ਸਮੇਂ ਵਿੱਚ ਬੜੇ ਉਤਰਾਅ ਚੜ੍ਹਾਅ ਵੇਖੇ ਨੇ, ਵਾਧੇ ਘਾਟੇ ਵੇਖੇ ਨੇ, ਆਪਣਿਆਂ ਨੇ ਵੀ ਵਿਰੋਧ ਕੀਤਾ, ਪਰ ਤੁਸੀਂ ਆਪਣੇ ਅੰਦਰ ਦਾ ਸਬਰ, ਜਿਹੜਾ ਸੰਤੋਖ ਕਾਇਮ ਰੱਖਿਆ, ਸਹਿਨਸ਼ੀਲਤਾ ਆਪਣੇ ਅੰਦਰ ਰੱਖੀ ਹੈ। ਇਸੇ ਲਈ ਭੱਟ ਕਹਿ ਰਹੇ ਨੇ ਕਿ ਗੁਰੂ ਸਾਹਿਬ ਜੀ, ਇਹ ਗੁੱਝਾ ਖੇਲ ਜਿਹੜਾ ਕਰਤਾਰ ਨੇ ਤੁਹਾਡੇ ਅੰਦਰ ਰਚਾਇਆ ਨਾ, ਇਹ ਸਾਡੀ ਸੋਚ ਮੰਡਲ ਤੋਂ ਬਾਹਰ ਹੈ। ਖੇਲ ਗੂੜੋ, ਗੂੜੋ ਦਾ ਅਰਥ ਗੂੜਾ ਵੀ ਹੁੰਦਾ ਹੈ, ਤੇ ਗੂੜੋ ਦਾ ਅਰਥ ਹੁੰਦਾ ਗੁੱਝਾ। ਜਿਹੜਾ ਗੁੱਝਾ ਖੇਲ ਤੁਹਾਡੇ ਅੰਦਰ ਉਸ ਕਰਤਾਰ ਅਕਾਲ ਪੁਰਖ ਪਰਮੇਸ਼ਵਰ ਨੇ ਵਰਤਾਇਆ, ਹਰੀ ਪਰਮੇਸ਼ਵਰ ਨੇ, ਖੇਲ ਗੂੜਾ ਕੀਓ ਹਰ ਰਾਏ। ਉਹ ਗੁੱਝਾ ਖੇਲ ਕੀ ਸੀ? ਸੰਤੋਖ ਸਮਾਚਰਿਓ। ਤੁਹਾਡੇ ਅੰਦਰ ਸੰਤੋਖ ਜਿਹੜਾ ਸੀ ਉਹ ਰੋਮ ਰੋਮ ਕਣ ਕਣ ਵਿੱਚ ਸਮਾ ਗਿਆ। ਤੁਸੀਂ ਸਬਰ ਔਰ ਸੰਤੋਖ ਦੀ ਮੂਰਤ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਜੀ ਹੋ। ਆ ਜੋਨੀ ਸੰਪਵਿਓ ਸੋ ਜਸ ਕਲ ਕਵਿਅਣ ਬਖਾਣਿਓ। ਭੱਟ ਕੱਲ ਜੀ ਜਿਹੜਾ ਇਹ ਸਵਈਆ ਉਚਾਰਨ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਗਿਆਨ ਸਾਨੂੰ ਦੁਨਿਆਵੀ ਜੀਵਾਂ ਨੂੰ ਦੇ ਰਹੇ ਨੇ। ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਉਹ ਜਿਹੜਾ ਗੁੱਝਾ ਖੇਲ ਕਰਤਾਰ ਨੇ ਰਚਾਇਆ, ਉਹ ਤੇ ਇੱਕ ਇਹ ਸੀ ਕਿ ਸੰਤੋਖ ਸਮਾਚਰਿਓ। ਤੁਸੀਂ ਸੰਤੋਖ ਵਿੱਚ ਸਮਾ ਗਏ ਤੇ ਸੰਤੋਖ ਤੁਹਾਡੇ ਕਣ ਕਣ ਵਿੱਚ ਸਮਾ ਗਿਆ। ਬੇਮਲ ਬੁੱਧ ਸਤਿਗੁਰ ਸਮਾਣਿਓ। ਬੇਮਲ, ਮਲ ਤੋਂ ਰਹਿਤ, ਬੁੱਧ, ਬੁੱਧ ਦਾ ਧੱਦਾ ਉਹਨੂੰ ਸਿਆਰੀ ਬੁੱਧ ਹੀ।
ਜਿਹੜੀ ਤੁਹਾਡੀ ਬੁੱਧੀ ਹੈ ਉਹ ਮਲ ਤੋਂ ਰਹਿਤ ਹੈ। ਤੁਹਾਡੀ ਜਿਹੜੀ ਮਤ ਹੈ, ਬੁੱਧ ਹੈ, ਉਹ ਮਲ ਤੋਂ ਰਹਿਤ ਹੈ। ਸਤਿਗੁਰ ਦੇ ਰਾਰੇ ਨੂੰ ਸਿਹਾਰੀ, ਸਤਿਗੁਰ ਵਿੱਚ ਸਮਾਣਿਓ। ਤੁਹਾਡੇ ਅੰਦਰ ਇੱਕ ਤਾਂ ਸੰਤੋਖ ਸਮਾ ਗਿਆ ਔਰ ਤੁਹਾਡੇ ਅੰਦਰ ਇੱਕ ਬੇਮਲ ਬੁੱਧੀ ਜਿਹੜੀ ਹੈ, ਤੁਹਾਡੀ ਜਿਹੜੀ ਬੁੱਧੀ ਹੈ, ਮਤ ਹੈ, ਉਹ ਤੁਹਾਡੀ ਬੇਮਲ ਮਲ ਤੋਂ ਰਹਿਤ ਹੈ, ਜਿਹੜੀ ਤੁਹਾਡੇ ਅੰਦਰ ਸਮਾਈ ਹੋਈ ਹੈ। ਆਜੂਨੀ ਸੰਭਵਿਓ ਸੋ ਜਸ ਕਲ ਕਵੀਣ ਬਖਾਣਿਓ। ਭੱਟ ਕਲ ਜੀ ਕਹਿੰਦੇ ਮੈਂ ਤਾਂ ਗੁਰੂ ਸਾਹਿਬ ਦਾ ਜਸ ਗਾ ਹੀ ਰਿਹਾ, ਪਰ ਜਿੰਨੇ ਵੀ ਮੇਰੇ ਨਾਲ ਭੱਟ ਨੇ ਉਹ ਸਾਰੇ ਦੇ ਸਾਰੇ ਹੀ ਕਾਵ ਰੂਪ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤੁਹਾਡਾ ਜਸ ਗਾਉਂਦੇ ਨੇ। ਸਿਰਫ ਭੱਟ ਕਲ ਜੀ ਕਹਿੰਦੇ ਮੈਂ ਹੀ ਨਹੀਂ ਗਾ ਰਿਹਾ, ਮੇਰੇ ਨਾਲ ਜਿੰਨੇ ਵੀ ਮੇਰੇ ਸਾਥੀ ਨੇ ਭੱਟ ਰੂਪ ਦੇ ਵਿੱਚ, ਜਿੰਨੇ ਵੀ ਕਾਵ ਰੂਪ ਵਿੱਚ ਗਾਉਣ ਵਾਲੇ ਨੇ, ਉਹ ਸਾਰੇ ਦੇ ਸਾਰੇ ਗੁਰੂ ਸਾਹਿਬ ਤੁਹਾਡਾ ਜਸ ਗਾਉਣ ਵਾਲੇ, ਕਿਉਂਕਿ ਤੁਸੀਂ ਆਜੂਨੀ ਸੰਭਵਿਓ। ਆਜੂਨੀ ਜਿਹੜਾ ਜੂਨਾ ਤੋਂ ਰਹਿਤ ਹੈ, ਤੇ ਆਜੂਨੀ ਕੌਣ ਹੈ? ਇੱਕੋ ਹੀ ਹੈ, ਅਕਾਲ ਪੁਰਖ ਪਰਮੇਸ਼ਵਰ। ਸਵਯੰਭ ਤੋਂ ਇੱਕ ਧਿਆਨ ਰੱਖਿਓ, ਸੰਭਵਿਓ ਔਰ ਇੱਕ ਹੁੰਦਾ ਸੈ ਭੰਗ। ਇਹਨਾਂ ਦੋਵਾਂ ਵਿੱਚ ਥੋੜਾ ਜਿਹਾ ਨਿਖੇੜ ਕਰਨਾ ਪਏਗਾ। ਸੈ ਭੰਗ ਦਾ ਅਰਥ ਕਈ ਵਿਦਵਾਨਾਂ ਨੇ ਖੋਜ ਕਰਕੇ ਕੀਤਾ ਹੈ ਬਰੀਕੀ ਵਿੱਚ ਜਾ ਕੇ। ਸੈ ਭੰਗ, ਜਿਹਨੇ ਸਵਯੰ ਨੂੰ ਭੰਗ ਕਰਕੇ ਨਿਰੰਕਾਰ ਤੋਂ ਇਹ ਸੰਸਾਰ ਦਾ ਆਕਾਰ ਬਣਾਇਆ ਹੈ। ਦੋ ਹੀ ਚੀਜ਼ਾਂ ਨੇ ਨਾ, ਇੱਕ ਸੰਸਾਰ ਹੈ ਤੇ ਇੱਕ ਨਿਰੰਕਾਰ ਹੈ। ਸੰਸਾਰ ਦੇ ਬਣਨ ਤੋਂ ਪਹਿਲਾਂ ਕੌਣ ਹੈ? ਨਿਰੰਕਾਰ ਹੈ। ਜਦੋਂ ਅਰਬਦ ਨਰਬਦ ਧੁੰਦੂਕਾਰਾ ਦੀ ਅਵਸਥਾ ਹੈ, ਜਿਹਦੇ ਵਿੱਚ ਨਾ ਗਗਨ ਹੈ, ਨਾ ਮੰਡਲ ਹੈ, ਨਾ ਧਰਤੀ ਹੈ, ਨਾ ਪਾਣੀ ਹਵਾ ਅੱਗ ਕੁਛ ਵੀ ਨਹੀਂ, ਉਦੋਂ ਉਹ ਧੁੰਦ ਰੂਪ ਵਿੱਚ ਅਕਾਲ ਪੁਰਖ ਪਰਮੇਸ਼ਵਰ ਹੈ, ਜਿਨੇ ਆਪਣੇ ਆਪ ਨੂੰ ਨਿਖੇੜ ਕੇ ਇਸ ਸੰਸਾਰ ਦੀ ਰਚਨਾ ਕੀਤੀ ਹੈ। ਪਰ ਇੱਥੇ ਕਹਿ ਰਹੇ ਨੇ ਸੰਭਵਿਓ, ਉਹਦਾ ਅਰਥ ਹੈ ਵੀ ਆਪਣੇ ਆਪ ਤੋਂ ਸੁਤੈ ਸਥਿਤ, ਆਪਣੇ ਆਪ ਤੋਂ ਜਿਹਦਾ ਪ੍ਰਕਾਸ਼ ਹੈ, ਜਿਹਨੂੰ ਕਿਸੇ ਦੂਜੇ ਪ੍ਰਕਾਸ਼ ਦੀ ਲੋੜ ਨਹੀਂ, ਜਿਹਦੀ ਹੋਂਦ ਆਪਣੇ ਆਪੇ ਤੋਂ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ, ਨਾਉ ਦੁਈ ਕੁਦਰਤ ਸਾਜੀ ਹੈ। ਉਹ ਜਿਹੜੀ ਦੁਈ ਕੁਦਰਤ ਦਾ ਅਰਥ ਕੀ ਹੈ? ਸੈ ਭੰਗ, ਸਵਯੰ ਨੂੰ ਭੰਗ ਕਰਕੇ ਆਪਣੇ ਆਪ ਵਿੱਚੋਂ ਨਿਰੰਕਾਰ ਨੇ ਇਹ ਸੰਸਾਰ ਦਾ ਆਕਾਰ ਬਣਾਇਆ ਹੈ। ਦੂਜਾ ਜਿਹੜਾ ਇਸ ਕੁਦਰਤ ਨੂੰ ਸਾਜਿਆ, ਪਰ ਆਪੀ ਨੇ ਆਪ ਸਾਜਿਓ, ਆਪਣੇ ਆਪ ਨੂੰ ਤੇ ਅਕਾਲ ਪੁਰਖ ਨੇ ਆਪ ਹੀ ਸਾਜਿਆ, ਆਪਣੇ ਆਪ ਨੂੰ ਆਪ ਹੀ ਸਾਜਿਆ। ਇਹੀ ਕਾਰਨ ਹੈ ਕਿ ਅਸੀਂ ਹਰ ਇੱਕ ਦੇ ਮਾਂ-ਬਾਪ ਦਾ ਪਤਾ ਲੈ ਸਕਦੇ ਹਾਂ, ਦੱਸ ਸਕਦੇ ਹਾਂ ਕਿ ਇਹਦਾ ਪਿਛੋਕੜ ਕੀ ਹੈ, ਇਹ ਕਿੱਥੋਂ ਤੁਰਿਆ, ਇਹਦੇ ਮਾਂ-ਬਾਪ ਦਾ ਕੀ ਨਾਮ ਹੈ, ਪਰ ਅਸੀਂ ਅਕਾਲ ਪੁਰਖ ਪਰਮੇਸ਼ਵਰ ਦੇ ਮਾਂ-ਬਾਪ ਦਾ ਨਾਮ ਕਿਹਨੂੰ ਦੇਵਾਂਗੇ? ਜਾਂ ਕਿਨੇ ਪੈਦਾ ਕੀਤਾ ਹੈ, ਕਿਨੇ ਅਕਾਲ ਪੁਰਖ ਦੀ ਬਣਤਰ ਬਣਾਈ, ਨਹੀਂ ਦੱਸਿਆ ਜਾ ਸਕਦਾ। ਦੋ ਗੱਲਾਂ ਸਾਨੂੰ ਬਾਣੀ ਵਿੱਚ ਸਮਝਾਈਆਂ ਨੇ। ਇੱਕ ਤਾਂ ਜਦੋਂ ਅਸੀਂ ਬਾਣੀ ਦਾ ਜਾਪ ਕਰਦੇ ਹਾਂ ਤੇ ਸਾਹਿਬ ਕਹਿੰਦੇ ਨੇ ਪਿਤਾ ਕਾ ਜਨਮ ਕਹਿ ਜਾਣੇ ਪੂਤ। ਪੁੱਤਰ ਨੂੰ ਨਹੀਂ ਪਤਾ ਪਿਤਾ ਦਾ ਜਨਮ ਕਿਵੇਂ, ਕਿੱਦਾਂ, ਕਿਉਂ ਨਹੀਂ ਪਤਾ? ਕਿਉਂਕਿ ਉਹਦੀ ਆਪਣੀ ਹੋਂਦ ਨਹੀਂ ਸੀ। ਜਦੋਂ ਇਹ ਸੰਸਾਰ ਬਣਿਆ, ਸੰਸਾਰ ਇੱਕੋ ਹੀ ਕਵਾਊ ਵਿੱਚ ਲੱਖਾਂ ਦਰਿਆ ਮਾਲਕ ਨੇ ਚਲਾਏ ਨੇ, ਉਦੋਂ ਉਸ ਵੇਲੇ ਹੋਂਦ ਕਿਹਦੀ ਸੀ? ਕਿਸੇ ਦੀ ਵੀ ਨਹੀਂ ਸੀ। ਤੇ ਫਿਰ ਕੌਣ ਦੱਸ ਸਕਦਾ ਵੀ ਸੰਸਾਰ ਦੀ ਰਚਨਾ ਇੱਕੋ ਕਵਾਊ ਵਿੱਚ ਕਿਵੇਂ ਅਕਾਲ ਪੁਰਖ ਨੇ ਕੀਤੀ? ਕਿਵੇਂ ਇੱਕੋ ਹੀ ਆਵਾਜ਼ ਵਿੱਚ ਲੱਖਾਂ ਦਰਿਆ ਚਲਾ ਦਿੱਤੇ ਨੇ? 84 ਲੱਖ ਜੌਨ ਉਪਾਈ, ਇੱਕ ਸਾਰੀ ਬਣਤਰ ਇੱਕੋ ਹੀ ਆਵਾਜ਼ ਵਿੱਚ ਕਰ ਦਿੱਤੀ। ਉਹ ਕਿਵੇਂ ਕੀਤੀ? ਕਿਉਂਕਿ ਉਸ ਵੇਲੇ ਮੌਜੂਦ ਹੀ ਕੋਈ ਨਹੀਂ ਸੀ। ਦੂਸਰਾ, ਅਸੀਂ ਜਾਪ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਨਾ ਤਤ ਹੈ, ਨਾ ਮਤ ਹੈ, ਨਾ ਜਤ ਹੈ, ਨਾ ਪਤ ਹੈ, ਨਾ ਕੋਈ ਜਾਤ ਹੈ, ਨਾ ਪਾਤ ਹੈ, ਨਾ ਤਾਤ ਮਾਤ, ਨਾ ਕੋਈ ਮਾਂ-ਬਾਪ ਹੈ। ਉਹ ਤਾਂ ਸਵਯੰ ਆਪਣੇ ਆਪ ਤੋਂ ਹੈ, ਜਿਹਦੀ ਹੋਂਦ ਕਿਸੇ ਦੂਜੇ ਤੋਂ ਨਹੀਂ, ਆਪਣੇ ਆਪੇ ਤੋਂ ਹੈ। ਉਹ ਕਿਵੇਂ ਹੈ? ਉਹਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ। ਅੱਜ ਤੱਕ ਦੇ ਸਮੇਂ ਵਿੱਚ, ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਹੈ, ਬੜੇ ਬੜੇ ਫਿਲਾਸਫਰ ਇਸ ਧਰਤੀ ਤੇ ਆਏ, ਬੜੇ ਬੜੇ ਗੁਣੀ ਗਿਆਨੀ ਇਸ ਧਰਤੀ ਤੇ ਆਏ, ਬੜੇ ਬੜੇ ਪੀਰ ਫਕੀਰ ਆਏ, ਬੜੇ ਬੜੇ ਬ੍ਰਹਮ ਗਿਆਨੀ ਇਸ ਧਰਤੀ ਤੇ ਆਏ,
ਇੱਥੋਂ ਤੱਕ ਈਵਨ ਇੱਥੇ ਇਸ ਧਰਤੀ ਤੇ ਬੜੇ ਬੜੇ ਵਿਗਿਆਨੀ ਵੀ ਆਏ। ਜੇ ਬ੍ਰਹਮ ਗਿਆਨੀ ਆਏ ਨੇ ਤੇ ਵਿਗਿਆਨੀ ਵੀ ਬੜੇ ਚੋਟੀ ਦੇ ਇਸ ਧਰਤੀ ਤੇ ਆਏ, ਪਰ ਅੱਜ ਤੱਕ ਕੋਈ ਇਹ ਖੁਲਾਸਾ ਨਹੀਂ ਕਰ ਸਕਿਆ ਕਿ ਅਕਾਲ ਪੁਰਖ ਦੀ ਹੋਂਦ ਕਿਹਦੇ ਤੋਂ ਹੈ, ਨਿਰੰਕਾਰ ਦੀ ਹੋਂਦ ਕਿਹਦੇ ਤੋਂ ਹੈ, ਨਿਰੰਕਾਰ ਨੂੰ ਬਣਾਉਣ ਵਾਲਾ ਕੌਣ ਹੈ, ਕੋਈ ਨਹੀਂ ਦੱਸ ਸਕਿਆ। ਭਾਵੇਂ ਇਸ ਧਰਤੀ ਤੇ ਸਾਡੇ ਤੋਂ ਬਾਅਦ ਕਈ ਹੋਰ ਹਜ਼ਾਰਾਂ ਲੱਖਾਂ ਕਰੋੜਾਂ ਆਉਣਗੇ, ਚੋਟੀ ਦੇ ਵਿਗਿਆਨੀ ਵੀ ਆਉਣਗੇ, ਚੋਟੀ ਦੇ ਬ੍ਰਹਮ ਗਿਆਨੀ ਵੀ ਆਉਣਗੇ, ਪਰ ਇਹ ਕੋਈ ਵੀ ਨਹੀਂ ਦੱਸ ਸਕਦਾ ਕਿ ਪਿਤਾ ਕਾ ਜਨਮ ਕਹਿ ਜਾਣੇ ਪੂਤ ਪਰਮ ਪਿਤਾ ਪਰਮੇਸ਼ਵਰ ਦਾ ਜਿਹੜਾ ਉਹਦੀ ਹੋਂਦ ਹੈ ਉਹ ਕਿਸ ਤਰ੍ਹਾਂ ਹੈ, ਕਿਵੇਂ ਹੈ, ਕਿਹਦੇ ਰਾਹੀਂ ਹੈ, ਕੋਈ ਬਿਆਨ ਨਹੀਂ ਕਰ ਸਕਦਾ, ਕਿਉਂਕਿ ਇਹੀ ਤੇ ਸਮਝਣਾ ਸਾਡੇ ਲਈ ਔਖਾ ਹੈ। ਇੱਥੇ ਕਹਿ ਰਹੇ ਨੇ ਕਿ ਉਹ ਜਿਹੜਾ ਜੂਨਾਂ ਤੋਂ ਰਹਿਤ ਹੈ, ਜਿਹੜਾ ਆਪਣੇ ਆਪ ਤੋਂ ਹੈ, ਜਿਹਦਾ ਪ੍ਰਕਾਸ਼ ਆਪਣੇ ਆਪੇ ਤੋਂ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਉਸ ਖੇਲ ਗੂੜੋ ਕੀਓ ਹਰ ਰਾਏ, ਉਸ ਹਰੀ ਰਾਏ ਨੇ, ਅਕਾਲ ਪੁਰਖ ਨੇ ਇਹ ਖੇਡ ਰਚਾ ਕੇ ਤੁਹਾਡੇ ਉੱਪਰ ਕਿਰਪਾ ਕੀਤੀ ਹੈ ਤੇ ਉਹ ਆਜੂਨੀ ਸੰਭਵਿਓ ਅਕਾਲ ਪੁਰਖ ਪਰਮੇਸ਼ਵਰ ਤੁਹਾਡੇ ਵਿੱਚ ਐਸਾ ਸਮਾ ਗਿਆ ਕਿ ਤੁਸੀਂ ਆਪ ਹੀ ਅਕਾਲ ਪੁਰਖ ਦਾ ਰੂਪ ਹੋ ਗਏ। ਅੱਗੇ ਜਾ ਕੇ ਭੱਟ ਜੀ ਨੇ ਕਹਿਣਾ ਨਾ, ਕਲੀਅਰ ਕਰਨੀ ਹੈ ਗੱਲ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਈ ਭੇਦ ਨਹੀਂ, ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ, ਜਾਂ ਇਹਦੇ ਵਿੱਚ ਕੋਈ ਦੋ ਰਾਵਾਂ ਹੀ ਨਹੀਂ, ਕੋਈ ਸ਼ੰਕਾ ਵਾਲੀ ਗੱਲ ਪੈਦਾ ਹੀ ਨਹੀਂ ਹੁੰਦੀ ਹੈ। ਗੁਰ ਅਰਜਨ ਪ੍ਰਤੱਖ ਹਰ, ਤੁਸੀਂ ਪ੍ਰਤੱਖ ਹਰੀ ਦਾ ਰੂਪ ਹੋ। ਜੇ ਕਿਸੇ ਨੇ ਹਰੀ ਦਾ ਦੀਦਾਰ ਕਰਨਾ ਤੇ ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤੁਹਾਡਾ ਦੀਦਾਰ ਕਰ ਲਵੇ। ਇਹੀ ਕਾਰਨ ਸੀ ਕਿ ਜੇ ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰ ਨੇ ਤੇ ਫਿਰ ਪ੍ਰਤੱਖ ਹਰੀ ਦੇ ਹੱਥਾਂ ਚੋਂ ਹੀ ਹਰੀ ਮੰਦਰ ਬਣਦਾ ਹੈ। ਪ੍ਰਤੱਖ ਹਰੀ ਨੇ ਗੁਰੂ ਅਰਜਨ ਦੇਵ ਜੀ, ਤਾਂ ਹੀ ਤਾਂ ਧਰਤੀ ਤੇ ਸੱਚਖੰਡ ਬਣਦਾ ਹੈ, ਤਾਂ ਹੀ ਤੇ ਸੱਚਖੰਡ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਦੀਦਾਰ ਕਰਦੇ ਆ। ਉਹਦੀ ਰਚਨਾ ਕਰਨ ਵਾਲਾ ਕੌਣ ਹੈ? ਪ੍ਰਤੱਖ ਹਰ ਗੁਰੂ ਅਰਜਨ ਦੇਵ ਮਹਾਰਾਜ। ਸਾਨੂੰ ਇਹ ਗੁੱਜਾ ਭੇਦ ਸਮਝਣਾ ਪਏਗਾ। ਅਸੀਂ ਤਾਂ ਇਸ ਧਰਤੀ ਤੇ ਬਣੇ ਹੋਏ ਹਜੇ ਸੱਚਖੰਡ ਹਰਮੰਦਰ ਸਾਹਿਬ ਨੂੰ ਨਹੀਂ ਸਮਝ ਪਾਏ ਤੇ ਅਸੀਂ ਪਹੁੰਚਣਾ ਚਾਹੁੰਦੇ ਹਾਂ ਰੱਬ ਦੇ ਸੱਚਖੰਡ ਤੱਕ, ਜਿਹੜਾ ਧਰਤੀ ਤੇ ਬਣਾ ਕੇ ਸਾਨੂੰ ਬਾਹਰੀ ਅੱਖ ਨਾਲ ਦੇਖਣ ਵਾਸਤੇ ਦਿੱਤਾ। ਪਹਿਲੇ ਉਹਦਾ ਭੇਦ ਤੇ ਸਮਝ ਲਈਏ। ਜਦੋਂ ਉਹਦਾ ਭੇਦ ਸਮਝ ਆ ਗਿਆ, ਉਹਦੇ ਵਿੱਚ ਬੈਠਣ ਵਾਲੇ ਨੂੰ ਅੰਦਰ ਦਾ ਸੱਚਖੰਡ ਦਿਸ ਪਏਗਾ। ਸੱਚਖੰਡ ਵਸੈ ਨਿਰੰਕਾਰ। ਉਹ ਕਿੱਥੇ ਹੈ ਤਾਂ ਸਾਡੇ ਹਿਰਦੇ ਵਿੱਚ ਹੀ ਹੈ ਨਾ। ਉਹ ਅੰਦਰ ਦੇ ਸੱਚਖੰਡ ਤੱਕ ਤਾਂ ਹੀ ਪਹੁੰਚਾਂਗੇ ਜੇ ਸਾਨੂੰ ਬਾਹਰ ਦੀ ਸਮਝ ਆਏਗੀ। ਹਜੇ ਬਾਹਰ ਦੀ ਸਮਝ ਆਈ ਨਹੀਂ, ਪਹੁੰਚਣਾ ਅਸੀਂ ਅੰਦਰ ਚਾਹੁੰਦੇ ਹਾਂ। ਜਿਵੇਂ ਇੱਕ ਦਿਨ ਬੇਨਤੀ ਕੀਤੀ ਸੀ, ਸਾਨੂੰ ਇੱਕ ਓੰਕਾਰ ਦੀ ਸਮਝ ਨਹੀਂ ਆਈ, ਅਸੀਂ ਪਹੁੰਚਣਾ 18, 10, 20 ਤੱਕ ਚਾਹੁੰਦੇ ਹਾਂ। ਪਹਿਲਾਂ ਇੱਕ ਓੰਕਾਰ ਨੂੰ ਤਾਂ ਸਮਝ ਲਈਏ, ਅਸੀਂ 18, 10, 20 ਤੱਕ ਬਾਹਰ, ਕਿਉਂਕਿ ਗਿਣਤੀ 1 ਤੋਂ ਸ਼ੁਰੂ ਹੁੰਦੀ ਹੈ, 100 ਤੋਂ ਨਹੀਂ ਹੁੰਦੀ। ਅਸੀਂ ਕਹਿੰਦੇ ਆ ਵੀ ਅਸੀਂ 100 ਤੋਂ ਸ਼ੁਰੂ ਕਰੀਏ, ਫਿਰ ਉਹ ਤਾਂ ਉਲਟੀ ਗਿਣਤੀ ਹੋ ਜਾਏਗੀ। ਅਸੀਂ ਸਿੱਧੀ ਗਿਣਤੀ ਜਿਹੜੀ ਆ ਉਹ ਕਰਨੀ ਹੈ। ਇਸ ਲਈ ਸਾਹਿਬ ਜੀ, ਦੁਨੀਆ ਤਾਂ ਉਲਟਾ ਪਹਾੜਾ ਪੜ੍ਹਦੀ ਹੈ, ਸਾਹਿਬ ਕਹਿੰਦੇ ਆਓ ਤੁਹਾਨੂੰ ਸਿੱਧਾ ਪਹਾੜਾ ਪੜਾਉਣਾ ਹੈ, ਭਰਮ ਵਿੱਚ ਨਹੀਂ ਪਾਉਣਾ, ਤੁਹਾਨੂੰ ਇੱਕ ਓੰਕਾਰ ਦੇ ਨਾਲ ਜੋੜਨਾ ਹੈ, ਇੱਕ ਅਕਾਲ ਪੁਰਖ ਪਰਮੇਸ਼ਵਰ ਨਾਲ ਜੋੜਨਾ ਹੈ। ਤੇ ਉਹ ਕੌਣ ਜੋੜੇਗਾ? ਜਿਹੜਾ ਆਪ ਉਹਦਾ ਰੂਪ ਹੋਏਗਾ। ਗੁਰੂ ਅਰਜਨ ਦੇਵ ਮਹਾਰਾਜ ਜੀ, ਤੁਸੀਂ ਵੀ ਉਸ ਅਕਾਲ ਪੁਰਖ ਪ੍ਰਤੱਖ ਹਰੀ ਦਾ ਰੂਪ ਹੋ, ਕਿਉਂਕਿ ਉਹ ਜਿਹੜਾ ਜੂਨਾਂ ਤੋਂ ਰਹਿਤ ਹੈ, ਜਿਹੜਾ ਆਪਣੇ ਆਪ ਤੋਂ ਹੋਣ ਵਾਲਾ ਪਰਮੇਸ਼ਵਰ ਹੈ, ਉਹਨੇ ਆਪ ਹੀ ਇਹ ਖੇਲ ਗੂੜਾ ਰਚਾ ਕੇ ਤੁਹਾਡੇ ਅੰਦਰ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਭਰ ਦਿੱਤੀਆਂ ਨੇ। ਸੋ ਜਸ ਕਲ ਕਵੀਣ ਬਖਾਣਿਓ। ਇਸੇ ਲਈ ਭੱਟ ਕਲ ਜੀ ਕਹਿੰਦੇ ਮੈਂ ਔਰ ਮੇਰੇ ਨਾਲ ਜਿੰਨੇ ਵੀ ਕਵੀ ਨੇ ਇਹ ਸਾਰੇ ਦੇ ਸਾਰੇ ਤੁਹਾਡਾ ਹੀ ਜਸ ਵਿਖਿਆਨ ਕਰਦੇ ਹਨ। ਗੁਰ ਨਾਨਕ ਅੰਗਦ ਵਰਿਓ, ਗੁਰ ਅੰਗਦ ਅਮਰ ਨਿਦਾਨ। ਪਰ ਇਹ ਜਿਹੜੀ ਬਖਸ਼ਿਸ਼ ਹੈ, ਹੁਣ ਦੋ ਗੱਲਾਂ ਇੱਥੇ ਨੋਟ ਕਰਨ ਵਾਲੀਆਂ ਨੇ।
ਇੱਕ ਤਾਂ ਇਹ ਬਖਸ਼ਿਸ਼ ਗੁਰੂ ਅਰਜਨ ਦੇਵ ਪਾਤਸ਼ਾਹ ਤੁਹਾਡੇ ਕੋਲ ਆਈ ਕਿਵੇਂ, ਦੂਜੀ ਇਹ ਬਖਸ਼ਿਸ਼ ਤੁਰੀ ਕਿੱਥੋਂ ਸੀ। ਦੋ ਗੱਲਾਂ ਸਾਨੂੰ ਸਮਝਣੀਆਂ ਪੈਣੀਆਂ ਵੀ ਇਹ ਬਖਸ਼ਿਸ਼ ਤੁਰੀ ਕਿੱਥੋਂ ਸੀ। ਇਹ ਬਖਸ਼ਿਸ਼ ਤੁਰੀ ਸੀ ਧੰਨ ਗੁਰੂ ਨਾਨਕ ਸਾਹਿਬ ਤੋਂ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ਾਂ ਕਿੱਥੋਂ ਲਈਆਂ। ਅੱਜ ਇਸ ਧਰਤੀ ਉੱਤੇ ਸਾਰੇ ਅਸਥਾਨ ਮੌਜੂਦ ਨੇ ਨਾ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਨਨਕਾਣਾ ਸਾਹਿਬ ਮੌਜੂਦ ਹੈ। ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨੇ ਉਹ ਸਾਰੇ ਅਸਥਾਨ ਮੌਜੂਦ ਨੇ। ਜਿੱਥੇ ਸੁਲਤਾਨਪੁਰ ਆ ਕੇ ਗੁਰੂ ਨਾਨਕ ਸਾਹਿਬ ਜੀ ਕਿਰਪਾ ਵਰਤਾਉਂਦੇ ਨੇ, ਜਿਸ ਵਈ ਨਦੀ ਵਿੱਚ ਇਸ਼ਨਾਨ ਕਰਦੇ ਉਹ ਸਾਰੇ ਅਸਥਾਨ ਮੌਜੂਦ ਨੇ। ਜਿੱਥੇ ਸਾਹਿਬ ਜੀ ਨੇ ਸੱਚਾ ਸੌਦਾ ਭਾਵ ਮੋਦੀ ਖਾਨਾ ਖੋਲ ਕੇ ਸਤਿਗੁਰੂ ਜੀ ਨੇ ਸੌਦਾ ਇਮਾਨਦਾਰੀ ਵਾਲਾ ਤੋਲਣਾ ਸਿਖਾਇਆ, ਦੇਣਾ ਸਿਖਾਇਆ, ਉਹ ਸਾਰੇ ਅਸਥਾਨ। ਔਰ ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚਰਨ ਪਾਏ ਨੇ ਉਹ ਸਾਰੇ ਥਾਂ ਜਿਹੜੇ ਨੇ ਮੌਜੂਦ ਨੇ। ਉਹ ਸਾਰਾ ਥਾਂ ਪੂਜਣ ਯੋਗ ਹੋ ਗਏ। ਜਿੱਥੇ ਬਾਬਾ ਪੈਰ ਧਰੈ ਪੂਜਾ ਆਸਨ ਥਾਪਣ ਸੋਵਾ। ਤੇ ਗੁਰੂ ਸਾਹਿਬ ਨੇ ਕਿੱਥੇ ਆਪਣਾ ਪੈਰ ਜਿਹੜਾ ਉਹ ਨਹੀਂ ਧਰਿਆ। ਬਾਬੇ ਤਾਰੇ ਚਾਰ ਚੱਕ, 9 ਖੰਡ ਪ੍ਰਿਥਵੀ ਸੱਚਾ ਢੋਵਾ। ਪਰ ਕੋਈ ਵੀ ਐਸਾ ਅਸਥਾਨ ਦੱਸੋ ਜਿੱਥੇ ਇਹ ਕਿਹਾ ਜਾ ਸਕੇ ਕਿ ਗੁਰੂ ਨਾਨਕ ਸਾਹਿਬ ਨੇ ਇੱਥੇ ਬਖਸ਼ਿਸ਼ਾਂ ਪਾਈਆਂ ਨੇ। ਸਾਰੇ ਇਤਿਹਾਸਕ ਅਸਥਾਨ ਮੌਜੂਦ ਨੇ, ਪਰ ਕੋਈ ਐਸਾ ਅਸਥਾਨ ਹੈ ਕਿ ਜਿੱਥੇ ਗੁਰੂ ਨਾਨਕ ਸਾਹਿਬ ਨੇ ਬੈਠ ਕੇ ਕਿਸੇ ਦੂਜੇ ਕੋਲੋਂ ਬਖਸ਼ਿਸ਼ਾਂ ਲਈਆਂ ਹੋਣ। ਕੋਈ ਐਸਾ ਅਸਥਾਨ ਨਹੀਂ ਮਿਲੇਗਾ। ਕਿਉਂ? ਕਿਉਂਕਿ ਜਿਹੜੀਆਂ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਦੇ ਰਹੇ ਨੇ ਉਹ ਗੁਰੂ ਨਾਨਕ ਸਾਹਿਬ ਧੁਰੋਂ ਹੀ ਬਖਸ਼ਿਸ਼ਾਂ ਲੈ ਕੇ ਆਏ ਨੇ। ਉਹ ਧੁਰ ਤੋਂ ਹੀ ਬਖਸ਼ਿਸ਼ਾਂ ਗੁਰੂ ਸਾਹਿਬ ਨੂੰ ਮਿਲੀਆਂ। ਹੁਣ ਧੁਰ ਤੋਂ ਕਿਉਂ ਮਿਲੀਆਂ? ਕਿਉਂਕਿ ਆਪ ਨਾਰਾਇਣ ਕਲਾਧਾਰ, ਕਿਉਂਕਿ ਉਸ ਅਕਾਲ ਪੁਰਖ ਨੇ ਆਪਣਾ ਰੂਪ ਜਿਹੜਾ ਵਟਾ ਕੇ ਨਾਨਕ ਜੀ ਦੇ ਰੂਪ ਵਿੱਚ ਇਹ ਸਾਰੀਆਂ ਬਖਸ਼ਿਸ਼ਾਂ ਦੇਣ ਲਈ ਸਾਡੇ ਤੇ ਇਹ ਕਿਰਪਾ ਕੀਤੀ। ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਸਾਡੇ ਤੇ ਬਖਸ਼ਿਸ਼ ਕੀਤੀ। ਹੁਣ ਜਿਹੜੀ ਬਾਣੀ ਹੈ ਇਹ ਬਾਣੀ ਕਿੱਥੋਂ ਆਈ ਹੈ? ਗੁਰੂ ਨਾਨਕ ਸਾਹਿਬ ਨੇ ਤੇ ਕਿਤੇ ਨਹੀਂ ਲਿਖਿਆ ਵੀ ਮੇਰੇ ਕੋਲੋਂ ਆਈ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੇ ਕਿਤੇ ਨਹੀਂ ਲਿਖਿਆ ਵੀ ਇਹ ਮੇਰੀ ਹੈ। ਭਾਵੇਂ ਪ੍ਰਤੱਖ ਹਰ ਨੇ, ਭਾਵੇਂ ਆਪ ਰੂਪ ਅਕਾਲ ਪੁਰਖ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਉਹ ਅਕਾਲ ਰੂਪ ਨੇ ਨਾਨਕ ਜੀ, ਪਰ ਉਹਨਾਂ ਨੇ ਤੇ ਕਿਹਾ ਹੀ ਨਹੀਂ ਇਹ ਮੇਰੀ ਹੈ। ਉਹ ਜੇ ਕਹਿੰਦੇ ਨੇ, ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ। ਜੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਉਹ ਕਹਿੰਦੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਧੁਰ ਤੋਂ ਆਈ ਹੈ। ਇਹਦਾ ਮਤਲਬ ਜਿਹੜੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਕੋਲ ਸੀ ਉਹ ਧੁਰੋਂ ਹੀ ਮਿਲੀ ਹੋਈ ਬਖਸ਼ਿਸ਼ ਹੈ। ਇਸ ਲਈ ਪਿਛਲੇ ਦਿਨੀ ਜ਼ਿਕਰ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਆਪਣਾ ਗੁਰੂ ਕਿਹਨੂੰ ਮੰਨਿਆ, ਗੁਰੂ ਕਿਹਨੂੰ ਧਾਰਨ ਕੀਤਾ। ਸ਼ਬਦ ਗੁਰੂ ਨੂੰ ਲੈ ਕੇ ਚੱਲਦੇ ਨੇ। ਉਹ ਸ਼ਬਦ ਕੀ ਹੈ? ਜੈਸੀ ਮੈਂ ਆਵੇ ਖਸਮ ਕੀ ਬਾਣੀ। ਇਸ ਲਈ ਉਹ ਬਖਸ਼ਿਸ਼ਾਂ ਜਿਹੜੀਆਂ ਬਾਬੇ ਨਾਨਕ ਦੇ ਘਰ ਵਿੱਚ ਨੇ ਉਹ ਧੁਰ ਤੋਂ ਅਕਾਲ ਪੁਰਖ ਨੇ ਵਰਤਾਈਆਂ ਨੇ। ਉਹੀ ਬਖਸ਼ਿਸ਼ਾਂ ਚਲਦੀਆਂ ਚਲਦੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਤੁਹਾਡੇ ਤੱਕ ਆਈਆਂ, ਕਿਉਂਕਿ ਸਾਰੀ ਖੇਡ ਵਰਤਾਉਣ ਵਾਲਾ ਆਪ ਅਕਾਲ ਪੁਰਖ ਹੈ। ਹੁਣ ਭੱਟ ਜੀ ਨੇ ਜਿਹੜੀ ਗੱਲ ਕਹੀ, ਕਹਿਣ ਲੱਗੇ ਜੇ ਤੁਸੀਂ ਆਜੂਨੀ ਸੰਭਵਿਓ ਉਹ ਅਕਾਲ ਪੁਰਖ ਪਰਮੇਸ਼ਵਰ ਦਾ ਰੂਪ ਹੋ, ਪਰ ਇਹ ਰੂਪ ਬਣਿਆ ਕਿਵੇਂ ਹੈ? ਗੁਰ ਨਾਨਕ ਅੰਗਦ ਵਰਿਓ। ਗੁਰੂ ਨੇ ਨਾਨਕ ਜੀ ਨੇ, ਕਿਉਂਕਿ ਦੋਵਾਂ ਨੂੰ ਸਿਹਾਰੀ ਲੱਗੀ ਹੋਈ ਹੈ, ਕੱਕੇ ਨੂੰ ਵੀ ਸਿਹਾਰੀ ਲੱਗੀ ਹੈ ਤੇ ਰਾਰੇ ਨੂੰ ਵੀ ਸਿਹਾਰੀ ਲੱਗੀ। ਤੇ ਜਿੱਥੇ ਸਿਹਾਰੀ ਹੋਵੇ ਗੁਰ ਨੇ, ਨਾਨਕ ਜੀ ਨੇ, ਕਹਿੰਦੇ ਅੰਗਦ ਵਰਿਓ। ਜਦੋਂ ਭਾਈ ਲਹਿਣਾ ਜੀ ਨੂੰ ਅੰਗ ਲਾ ਕੇ ਪੂਰਨ ਤੌਰ ਤੇ ਘੜ ਕੇ, ਜਦੋਂ ਅੰਦਰ ਪੂਰਾ ਘੜ ਕੇ ਤਿਆਰ ਕੀਤਾ, ਅੰਗ ਨਾਲ ਲਾ ਕੇ ਭਾਈ ਲਹਿਣਾ ਜੀ ਨੂੰ ਅੰਗਦ ਬਣਾਇਆ ਤੇ ਅੰਗਦ ਬਣਾ ਕੇ ਵਰਿਓ। ਉਹਨਾਂ ਤੇ ਵਰ ਪਏ। ਵਰ ਦਾ ਅਰਥ ਹੁੰਦਾ ਉਹਨਾਂ ਤੇ ਤੁਰਠ ਪਏ। ਸਾਰੀਆਂ ਬਖਸ਼ਿਸ਼ਾਂ ਤੁਰਠ ਕੇ, ਦਇਆਲ ਹੋ ਕੇ, ਪ੍ਰਸੰਨ ਹੋ ਕੇ, ਜੋ ਵੀ ਬਾਬੇ ਨਾਨਕ ਨੇ ਅਕਾਲ ਪੁਰਖ ਦੇ ਘਰ ਤੋਂ ਬਖਸ਼ਿਸ਼ਾਂ ਲਈਆਂ, ਉਹ ਸਾਰੀਆਂ ਬਖਸ਼ਿਸ਼ਾਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਜੀਵਨ ਵਿੱਚ ਵਰਤਾ ਦਿੱਤੀਆਂ। ਭਾਵ ਉਹ ਸਾਰੀਆਂ ਬਖਸ਼ਿਸ਼ਾਂ ਦਾ ਖਜ਼ਾਨੇ ਦਾ ਮਾਲਕ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਬਣਾ ਦਿੱਤਾ। ਭੱਟ ਜੀ ਕਹਿ ਰਹੇ ਨੇ ਗੁਰ ਨਾਨਕ ਅੰਗਦ ਵਰਿਓ, ਗੁਰ ਅੰਗਦ ਅਮਰ ਨਿਧਾਨ। ਤੇ ਅੱਗੋਂ ਗੁਰੂ ਅੰਗਦ ਦੇਵ ਜੀ ਨੇ ਕੀ ਕੀਤਾ?
ਉਹੀ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਨੇ। ਨਿਧਾਨ ਦਾ ਅਰਥ ਹੁੰਦਾ ਖਜ਼ਾਨਾ। ਕਹਿੰਦੇ ਜਿਹੜਾ ਖਜ਼ਾਨਾ ਸੀ ਨਾ ਉਹ ਬਖਸ਼ਿਸ਼ਾਂ ਵਾਲਾ, ਉਹ ਸਾਰਾ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਦੇ ਕੇ ਅਕਾਲ ਪੁਰਖ ਪਰਮੇਸ਼ਵਰ ਦਾ ਰੂਪ ਜਿਹੜਾ ਉਹ ਦਿੱਤਾ ਹੈ। ਗੁਰ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪਰਮਾਣ। ਇਸੇ ਤਰ੍ਹਾਂ ਕਹਿੰਦੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਕੇ ਬਖਸ਼ਿਸ਼ਾਂ ਦੇ ਕੇ ਨਿਵਾਜਿਆ, ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਨਿਵਾਜਿਆ। ਔਰ ਜਿਵੇਂ ਗੁਰੂ ਅੰਗਦ ਦੇਵ ਜੀ ਨੇ ਨਿਵਾਜਿਆ ਸੀ ਉਵੇਂ ਹੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ। ਕੋਈ ਵੱਖਰੀ ਰੀਤ ਨਹੀਂ ਚਲਾਈ, ਜਿਹੜੀ ਇੱਕ ਲਕੀਰ ਖਿੱਚਤੀ ਨਾ ਉਹਦੇ ਤੋਂ ਬਾਹਰ ਨਹੀਂ ਹੋਏ। ਨਹੀਂ ਤਾਂ ਗੁਰੂ ਅੰਗਦ ਦੇਵ ਜੀ ਆਪਣੇ ਪੁੱਤਰਾਂ ਨੂੰ ਵੀ ਬਖਸ਼ਿਸ਼ ਦੇ ਸਕਦੇ ਸਨ, ਨਹੀਂ ਤਾਂ ਗੁਰੂ ਅਮਰਦਾਸ ਮਹਾਰਾਜ ਵੀ ਆਪਣੇ ਪੁੱਤਰਾਂ ਨੂੰ ਬਖਸ਼ਿਸ਼ ਦੇ ਸਕਦੇ ਸਨ। ਪਰ ਨਹੀਂ, ਜਿਹੜੀ ਬਖਸ਼ਿਸ਼ ਜਿਹੜੀ ਹੈ ਉਹ ਜਿਹੜਾ ਪਾਤਰ ਸੀ ਉਹਦੀ ਝੋਲੀ ਵਿੱਚ ਹੀ ਬਖਸ਼ਿਸ਼ਾਂ ਪਾਈਆਂ ਨੇ। ਇਸੇ ਤਰ੍ਹਾਂ ਗੁਰ ਰਾਮਦਾਸ, ਗੁਰ ਦੇ ਰਾਰੀ ਨੂੰ ਸਿਹਾਰੀ ਗੁਰ ਨੇ ਗੁਰੂ ਰਾਮਦਾਸ ਜੀ ਨੇ। ਅਰਜਨ ਵਰਿਓ, ਗੁਰੂ ਅਰਜਨ ਦੇ ਪਾਤਸ਼ਾਹ ਤੁਹਾਡੇ ਉੱਤੇ ਤੁਰੁੱਠ ਪਏ। ਗੁਰੂ ਰਾਮਦਾਸ ਜੀ ਤੁਹਾਡੇ ਉੱਤੇ ਜਿਹੜੇ ਇੰਨੇ ਤੁਰੁੱਠੇ ਨੇ ਕਿ ਪਾਰਸ ਪਰਸ ਪਰਮਾਣ, ਤੁਹਾਡੇ ਉੱਤੇ ਪਾਰਸ ਦਾ ਪ੍ਰਮਾਣ ਦਿੱਤਾ ਜਾ ਸਕਦਾ ਹੈ, ਪ੍ਰਤੱਖ ਪ੍ਰਮਾਣ। ਪਾਰਸ ਪਰਸ, ਜਿਵੇਂ ਪਾਰਸ ਨੂੰ ਪਰਸ ਕੇ ਛੂ ਕੇ 8 ਧਾਤਾਂ ਸੋਨਾ ਬਣ ਜਾਂਦੀਆਂ ਨੇ, ਇਹ ਗੁਰੂ ਸਾਹਿਬ ਗੁਰੂ ਰਾਮਦਾਸ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਪਰ ਇੱਥੇ ਤਾਂ ਜਦੋਂ ਗੁਰੂ ਤਰੁੱਠਦਾ ਹੈ ਨਾ, ਜਦੋਂ ਗੁਰ ਵਰਿਓ, ਜਦੋਂ ਉਹ ਵਰਦਾ ਭਾਵ ਬਖਸ਼ਿਸ਼ਾਂ ਵਰਤਾਉਂਦਾ ਤੇ ਇੰਨੇ ਸਤਿਗੁਰੂ ਦਿਆਲ ਹੋ ਜਾਂਦੇ ਨੇ, ਇੰਨੇ ਪ੍ਰਸੰਨ ਹੋ ਜਾਂਦੇ ਨੇ। ਉਹ ਕਹਿੰਦੇ ਸੋਨਾ ਨਹੀਂ, ਮੈਂ ਤੈਨੂੰ ਆਪਣੇ ਨਾਲ ਛੁਆ ਕੇ ਆਪਣੇ ਵਰਗਾ ਹੀ ਬਣਾ ਦੇਣਾ। ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਣਾ, ਤੇਰੇ ਮੇਰੇ ਵਿੱਚ ਕੋਈ ਤੇਰ ਮੇਰ ਰਹਿ ਨਹੀਂ ਜਾਣੀ। ਗੁਰੂ ਨਾਨਕ ਵੀ ਇਹੀ ਨੇ, ਗੁਰੂ ਅੰਗਦ ਸਾਹਿਬ ਵੀ ਇਹੀ ਨੇ, ਗੁਰੂ ਅਮਰਦਾਸ ਜੀ ਵੀ ਇਹੀ ਨੇ ਤੇ ਗੁਰੂ ਰਾਮਦਾਸ ਜੀ ਵੀ ਇਹੀ ਨੇ। ਕਹਿੰਦੇ ਕੋਈ ਅੰਤਰ ਨਹੀਂ, ਸਿਰਫ ਕਾਇਆ ਪਲਟਦੀ ਪਈ ਹੈ ਪਰ ਅੰਦਰ ਦੀ ਰੂਪ ਰੇਖਾ ਇੱਕ ਹੀ ਹੈ। ਗੁਰੂ ਰਾਮਦਾਸ ਜੀ ਅੱਜ ਜਦੋਂ ਤੁਰੁੱਠੇ ਤਾਂ ਤੁਰੁੱਠ ਕੇ ਸਾਰੀਆਂ ਬਖਸ਼ਿਸ਼ਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਦਿੱਤੀਆਂ। ਇੱਕ ਗੱਲ ਹੋਰ ਧਿਆਨ 'ਚ ਰੱਖਣਾ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਆਪਣੇ ਆਸਨ ਤੇ ਬਿਠਾਇਆ ਹੋਏਗਾ ਤੇ ਆਪ ਤਾਂ ਆਸਨ ਤੋਂ ਥੱਲੇ ਹੀ ਨੇ ਨਾ, ਤੇ ਖਲੋ ਕੇ ਸਾਰੀ ਸੰਗਤ ਨੂੰ ਕਹਿੰਦੇ ਹੋਣਗੇ, ਸੰਗਤ ਜੀ ਜਿਵੇਂ ਅੱਜ ਤੋਂ ਮੈਨੂੰ ਤੁਸੀਂ ਮੰਨਦੇ ਆਏ ਹੋ, ਸਤਿਕਾਰ ਪਿਆਰ ਦਿੰਦੇ ਆਏ ਹੋ, ਅੱਜ ਤੋਂ ਮੇਰਾ ਰੂਪ ਗੁਰੂ ਅੰਗਦ ਸਾਹਿਬ ਜੀ ਨੂੰ ਜਾਣਨਾ। ਅੱਜ ਤੋਂ ਬਾਅਦ ਜੇ ਨਮਸਕਾਰ ਕਰਨੀ ਤਾਂ ਗੁਰੂ ਅੰਗਦ ਸਾਹਿਬ ਨੂੰ ਕਰਨੀ। ਜੇ ਅੱਜ ਤੋਂ ਤੁਸੀਂ ਜੁੜਨਾ ਤਾਂ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਵਿੱਚ ਜੁੜਨਾ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਜਦੋਂ ਆਸਨ ਤੋਂ ਉੱਠੇ ਨੇ, ਗੁਰੂ ਅਮਰਦਾਸ ਜੀ ਨੂੰ ਬਿਠਾਇਆ ਤੇ ਗੁਰੂ ਅੰਗਦ ਦੇਵ ਜੀ ਸੰਗਤ ਵਿੱਚ ਖਲੋ ਕੇ ਕਹਿੰਦੇ ਨੇ, ਅੱਜ ਤੋਂ ਮੇਰਾ ਰੂਪ ਗੁਰੂ ਅਮਰਦਾਸ ਜੀ ਨੂੰ ਜਾਣਨਾ। ਇਹਨਾਂ ਵਿੱਚ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਹੈ, ਮੈਂ ਹੀ ਕਹਿੰਦੇ ਅੰਗਦ ਹਾਂ ਤੇ ਮੈਂ ਹੀ ਅਮਰਦਾਸ ਹਾਂ। ਭਾਵ ਅੱਜ ਤੋਂ ਬਾਅਦ ਤੁਸੀਂ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ, ਇਸੇ ਤਰ੍ਹਾਂ ਲੜੀ ਚੱਲਦੀ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅਖੀਰ ਇਹ ਕਹਿ ਦਿੱਤਾ ਸੀ ਕਿ ਜੇ ਤੁਸੀਂ ਮੇਰਾ ਦੀਦਾਰ ਕਰਨਾ, ਬਾਹਰੀ ਤੌਰ ਤੇ ਦੀਦਾਰ ਕਰਨਾ ਤੇ ਪੰਥ ਵਿੱਚੋਂ ਕਰਨਾ, ਤੇ ਜੇ ਮੇਰੇ ਨਾਲ ਬਾਤਾਂ ਗੱਲਾਂ ਕਰਨੀਆਂ ਤਾਂ ਗ੍ਰੰਥ ਵਿੱਚੋਂ ਕਰਨਾ। ਗ੍ਰੰਥ ਔਰ ਪੰਥ ਨਾਲ ਜੋੜਿਆ। ਤੇ ਧਿਆਨ ਰੱਖਿਓ, ਨਾ ਅਸੀਂ ਗ੍ਰੰਥ ਸਾਹਿਬ ਤੋਂ ਵੱਖਰਾ ਹੋਣਾ ਤੇ ਨਾ ਅਸੀਂ ਪੰਥ ਤੋਂ ਵੱਖਰਾ ਹੋਣਾ। ਇਸ ਲਈ ਪੰਥ ਗ੍ਰੰਥ ਨਾਲ ਜੁੜਨਾ ਜ਼ਰੂਰੀ ਹੈ ਸਾਡੇ ਲਈ। ਖੈਰ, ਇੱਥੇ ਕਹਿ ਰਹੇ ਨੇ ਪਾਰਸ ਪਰਸ ਪ੍ਰਮਾਣ, ਇੱਥੇ ਪ੍ਰਤੱਖ ਪ੍ਰਮਾਣ ਹੈ ਕਿ ਪਾਰਸ ਨੇ ਆਪਣੇ ਨਾਲ ਛੁਆ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀਓ ਤੁਹਾਨੂੰ ਆਪਣਾ ਹੀ ਰੂਪ ਦੇ ਕੇ ਵਰ ਪਏ ਤੁਹਾਡੇ ਤੇ, ਭਾਵ ਤੋਂ ਤਰੁੱਠ ਪਏ ਤੁਹਾਡੇ ਤੇ। ਇਹ ਸਾਰਾ ਕੁਝ ਕੀ ਸੀ? ਖੇਲ ਗੂੜੋ ਕੀਓ ਹਰ ਰਾਏ। ਇਹ ਸਾਰੀ ਖੇਡ ਵਰਤਾਉਣ ਵਾਲਾ ਕੌਣ ਸੀ? ਗੁੱਜਾ ਭੇਦ ਰੱਖਣ ਵਾਲਾ ਕੌਣ ਸੀ? ਆਪ ਹਰੀ ਰਾਏ ਨੇ ਇਹ ਸਾਰੀਆਂ ਬਖਸ਼ਿਸ਼ਾਂ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ
ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦਿੱਤੀਆਂ ਹਨ। ਸਦ ਜੀਵਨ ਅਰਜੁਨ ਅਮੋਲ ਆਜੋਨੀ ਸੰਭੋ। ਤੇ ਜਦੋਂ ਗੁਰੂ ਰਾਮਦਾਸ ਜੀ ਤੁਹਾਡੇ ਤੇ ਵਰ ਪਏ, ਤੁਹਾਡੇ ਤੇ ਤੁਰਠ ਪਏ, ਆਪ ਕਿਰਪਾ ਤੁਹਾਡੇ ਤੇ ਕਰ ਦਿੱਤੀ, ਤੁਹਾਨੂੰ ਪਰਮੇਸ਼ਵਰ ਦਾ ਰੂਪ ਦਿੱਤਾ, ਤਾਂ ਸਦ ਜੀਵਨ ਅਰਜੁਨ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜਿਹੜਾ ਸਾਰਾ ਜੀਵਨ ਹੈ ਅਮੋਲ ਅਮੋਲਕ ਹੈ, ਜਿਹਦਾ ਮੁੱਲ ਨਹੀਂ ਦੱਸਿਆ ਜਾ ਸਕਦਾ। ਜੇ ਮੁੱਲ ਦਿੱਤਾ ਜਾ ਸਕਦਾ ਹੁੰਦਾ ਨਾ, ਤੇ ਜਦੋਂ ਲਾਹੌਰ ਗਏ ਸੀ ਤਾਂ ਗੁਰੂ ਸਾਹਿਬ ਜੀ ਨੂੰ ਫਿਰ ਖਰੀਦਿਆ ਜਾ ਸਕਦਾ ਸੀ, ਗੁਰੂ ਸਾਹਿਬ ਦਾ ਮੁੱਲ ਪਾਇਆ ਜਾ ਸਕਦਾ ਸੀ, ਪਰ ਨਹੀਂ। ਸਾਹਿਬ ਕਹਿੰਦੇ ਤਤੀ ਤਵੀ ਤੇ ਤਾਂ ਬਹਿ ਜਾਾਂਗੇ, ਪਰ ਮੁੱਲ ਨਹੀਂ ਤੁਸੀਂ ਪਾ ਸਕਦੇ। ਜਦੋਂ ਗੁਰੂ ਗ੍ਰੰਥ ਸਾਹਿਬ ਬੀੜ ਸਾਹਿਬ ਤਿਆਰ ਕੀਤੀ ਤਾਂ ਉਸ ਵੇਲੇ ਵੀ ਇਹ ਕਿਹਾ ਗਿਆ ਸੀ ਕਿ ਤੁਸੀਂ ਆ ਭਗਤਾਂ ਦੀ ਬਾਣੀ ਵਿੱਚ ਦਰਜ ਕਰ ਦਿਓ, ਜੋ ਤੁਸੀਂ ਚਾਹੋਗੇ ਅਸੀਂ ਤੁਹਾਨੂੰ ਦੇ ਦਿਆਂਗੇ। ਪਰ ਸਾਹਿਬ ਕਹਿੰਦੇ ਇਹ ਅਮੋਲਕ ਦਾਤ ਹੈ, ਇਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਇਹਦਾ ਮੁੱਲ ਦੱਸਿਆ ਵੀ ਨਹੀਂ ਜਾ ਸਕਦਾ, ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਤੁਹਾਡਾ ਜੀਵਨ ਅਮੋਲਕ ਹੈ, ਆਜੂਨੀ ਹੈ, ਔਰ ਸੰਭਵ ਸੰਪੂਰਨ ਤੌਰ ਤੇ ਭਉ ਤੋਂ ਰਹਿਤ। ਜਦੋਂ ਤੁਸੀਂ ਬਾਣੀ ਪੜ੍ਹਿਓ ਤੇ ਦੇਖਿਓ ਸੱਸਾ ਉੱਪਰ ਟਿੱਪੀ, ਭੱਬਾ ਤੇ ਊੜੇ ਨੂੰ ਔਂਕੜ ਲੱਗੀ ਹੋਈ ਹੈ, ਥੋੜਾ ਜਿਹਾ ਇਹਨੂੰ ਨਖੇੜਿਓ, ਸੱਸੇ ਉੱਤੇ ਟਿੱਪੀ, ਉਹਦਾ ਮਤਲਬ ਬਣ ਗਿਆ ਸੰਪੂਰਨ, ਤੇ ਭਉ ਦਾ ਅਰਥ ਹੁੰਦਾ ਹੈ ਡਰ। ਕਹਿੰਦੇ ਸੰਪੂਰਨ ਤੌਰ ਤੇ ਅੰਦਰੋਂ ਬਾਹਰੋਂ ਤੁਸੀਂ ਹਰ ਪ੍ਰਕਾਰ ਤੋਂ ਭਉ ਤੋਂ ਰਹਿਤ ਹੋ ਗਏ, ਡਰ ਤੋਂ ਰਹਿਤ ਹੋ ਗਏ। ਤੇ ਜੇ ਅੰਦਰ ਕਿਸੇ ਪ੍ਰਕਾਰ ਦਾ ਡਰ ਹੁੰਦਾ ਤੇ ਫਿਰ ਕੀ ਆ ਸੜਦੀ ਹੋਈ ਰੇਤ ਸੀਸ ਤੇ ਪੈ ਜਾਣੀ ਸੀ, ਫਿਰ ਉਬਲਦਾ ਪਾਣੀ ਵਿੱਚ ਚੌਂਕੜਾ ਵੱਜਣਾ ਸੀ? ਕਦੇ ਨਹੀਂ ਸੀ ਵੱਜਣਾ। ਫਿਰ ਇਹ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ 4 ਦਰਵਾਜ਼ੇ ਬਣ ਜਾਣੇ ਸੀ? ਕਦੇ ਨਹੀਂ ਸੀ ਬਣਨੇ। ਜੇ ਬਣ ਜਾਂਦੇ ਫਿਰ ਇੱਕ ਰਾਹ ਨਹੀਂ ਸੀ ਬਣਨਾ। ਜੇ ਅੰਦਰ ਕੋਈ ਭੈ ਹੁੰਦਾ, ਜੇ ਅੰਦਰ ਕੋਈ ਡਰ ਹੁੰਦਾ, ਫਿਰ ਇੱਕ ਰਾਹ ਨਹੀਂ 4 ਰਸਤੇ ਬਣ ਜਾਣੇ ਸਨ। ਪਰ ਗੁਰੂ ਅਰਜਨ ਦੇਵ ਮਹਾਰਾਜ ਤੁਹਾਡਾ ਜੀਵਨ ਉਸ ਅਕਾਲ ਪੁਰਖ ਦਾ ਰੂਪ ਜਦੋਂ ਹੋਇਆ, ਤੁਸੀਂ ਜੂਨਾਂ ਤੋਂ ਰਹਿਤ ਹੋ ਗਏ, ਅਮੋਲਕ ਜੀਵਨ ਤੁਹਾਡਾ ਹੋ ਗਿਆ, ਔਰ ਹਰ ਪ੍ਰਕਾਰ ਤੋਂ ਭੈ ਤੋਂ ਰਹਿਤ ਜਿਹੜਾ ਉਹ ਤੁਹਾਡਾ ਜੀਵਨ ਹੈ। ਭੈ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਭਉ। ਹੁਣ ਜਿਹੜਾ ਭੈ ਤੋਂ ਰਹਿਤ ਹੋਏਗਾ ਉਹੀ ਦੂਜੇ ਨੂੰ ਭੈ ਤੋਂ ਰਹਿਤ ਕਰੇਗਾ। ਜਿਹੜੇ ਅੰਦਰ ਆਪ ਡਰ ਬੈਠਾ ਹੋਇਆ ਉਹ ਦੂਜੇ ਨੂੰ ਕਿਵੇਂ ਕਹੇਗਾ ਵੀ ਤੂੰ ਡਰਿਆ ਨਾ ਕਰ? ਉਹਨੇ ਕਹਿਣਾ ਤੂੰ ਮੈਨੂੰ ਕਹਿ ਰਿਹਾ, ਆਪ ਤਾਂ ਤੂੰ ਡਰਿਆ ਹੋਇਆ, ਆਪ ਤਾਂ ਤੂੰ ਡਰ ਨਾਲ ਕੰਬ ਰਿਹਾ ਤੇ ਮੈਨੂੰ ਹੌਸਲਾ ਦੇ ਰਿਹਾ। ਪਹਿਲਾਂ ਆਪ ਤਾਂ ਡਰ ਤੋਂ ਬਾਹਰ ਆ। ਗੁਰੂ ਅਰਜਨ ਦੇਵ ਮਹਾਰਾਜ ਜੀ ਤੁਸੀਂ ਭਉ ਤੋਂ ਰਹਿਤ ਹੋ, ਤੁਸੀਂ ਹਰ ਪ੍ਰਕਾਰ ਦੇ ਡਰ ਤੋਂ ਰਹਿਤ ਹੋ। ਫਿਰ ਜਦੋਂ ਤੁਹਾਡਾ ਜੀਵਨ ਆਪ ਪ੍ਰਤੱਖ ਹਰੀ ਦਾ ਰੂਪ ਹੋ ਗਿਆ, ਫਿਰ ਭੈ ਭੰਜਨ, ਤੁਸੀਂ ਜਿਹੜਾ ਵੀ ਤੁਹਾਡੇ ਦਰ ਤੇ ਆਉਂਦਾ ਹੈ, ਜਿਹੜਾ ਵੀ ਤੁਹਾਡੀ ਸ਼ਰਨ ਵਿੱਚ ਆਉਂਦਾ ਹੈ, ਉਹਦੇ ਤੁਸੀਂ ਭੈ ਖਤਮ ਕਰ ਦਿੰਦੇ ਹੋ, ਉਹਨਾਂ ਦੇ ਅੰਦਰ ਦਾ ਡਰ ਮੁਕਾ ਦਿੰਦੇ ਹੋ। ਉਹ ਕਿਸੇ ਦਾ ਮੁਹਤਾਜ ਨਹੀਂ ਰਹਿੰਦਾ ਤੇ ਕਿਸੇ ਦਾ ਵੀ ਡਰ ਆਪਣੇ ਅੰਦਰ ਨਹੀਂ ਰੱਖਦਾ। ਜੇ ਭਾਈ ਮੰਝ ਆਇਆ ਤੇ ਗੁਰੂ ਸਾਹਿਬ ਜੀ ਸਿੱਖੀ ਦੀ ਦਾਤ ਦੇ ਦਿਓ, ਮਹਾਰਾਜ ਕਹਿੰਦੇ ਅੰਦਰ ਤਾਂ ਤੂੰ ਸਖੀ ਸਰਵਰੀਏ ਦਾ ਡਰ ਬਿਠਾ ਕੇ ਬੈਠਾ ਹੋਇਆ। ਪਹਿਲਾਂ ਇਸ ਡਰ ਤੋਂ ਰਹਿਤ ਹੋਏਗਾ, ਫਿਰ ਤੈਨੂੰ ਸਿੱਖੀ ਦੀ ਦਾਤ ਮਿਲਣੀ ਹੈ। ਕਹਿੰਦੇ ਤੂੰ ਆਹ ਖੇਡ ਤਾਂ ਹੀ ਖੇਡ ਸਕਦਾ ਹੈ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕੌਣ ਨਾ ਕੀਜੈ। ਜਿਹਦੇ ਅੰਦਰ ਭੈ ਹੋਏਗਾ ਉਹ ਕਦੀ ਇਸ ਮਾਰਗ ਤੇ ਨਹੀਂ ਜੇ ਤੁਰ ਸਕਦਾ। ਭਾਈ ਮੰਝ ਪਹਿਲਾਂ ਸਖੀ ਸਰਵਰੀਏ ਦਾ ਡਰ ਕੱਢ ਕੇ ਆ। ਗੁਰੂ ਸਾਹਿਬ ਅੱਜ ਵੀ ਸਾਨੂੰ ਕਹਿੰਦੇ ਨੇ, ਕਹਿੰਦੇ ਜੇ ਤੂੰ ਮੜੀਆਂ ਮਸਾਣਾ ਤੇ ਪੀਰਾਂ ਫਕੀਰਾਂ ਦਾ ਡਰ ਰੱਖ ਕੇ ਆਇਆ ਤੇ ਫਿਰ ਤੇਰਾ ਮੇਰਾ ਮੇਲ ਨਹੀਂ ਹੋ ਸਕਦਾ। ਪਹਿਲਾਂ ਗੁਰੂ ਕੇ ਸਿੱਖਾ ਆਪਣੇ ਅੰਦਰੋਂ ਪੀਰਾਂ ਫਕੀਰਾਂ ਮੜੀਆਂ ਮਸਾਣਾ ਇਹਨਾਂ ਦਾ ਡਰ ਕੱਢ ਕੇ ਆ। ਜਦੋਂ ਸੰਗਤ ਵਿੱਚ ਆਏਗਾ ਫਿਰ ਤੇਰੇ ਅੰਦਰ ਪਰਮੇਸ਼ਵਰ ਦੇ ਨਾਮ ਦਾ ਰੰਗ ਲੱਗੇਗਾ। ਸੁਖਮਨੀ ਸਾਹਿਬ ਜੀ ਦਾ ਜਾਪ ਤਕਰੀਬਨ ਹਰ ਸੰਗਤਾਂ ਕਰਦੀਆਂ ਹੀ ਨੇ, ਹਰ ਘਰ ਵਿੱਚ ਹਰ ਅਸਥਾਨ ਤੇ ਪਾਠ ਜਾਪ ਹੁੰਦਾ ਹੀ ਹੈ। ਤੇ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਆਪਣੀਆਂ ਸਿਆਣਪਾਂ ਛੱਡੋਗੇ ਤਾਂ ਹੀ ਭੈ ਤੋਂ ਰਹਿਤ ਹੋਵੋਗੇ। ਜੇ ਤੁਸੀਂ ਆਪਣੀਆਂ ਸਿਆਣਪਾਂ ਨਹੀਂ ਛੱਡੋਗੇ ਤੇ ਭੈ ਤੋਂ ਰਹਿਤ ਨਹੀਂ ਹੋ ਸਕਦੇ।
ਫਿਰ ਤੁਸੀਂ ਆ ਮਾਰਗ ਤੇ ਨਹੀਂ ਤੁਰ ਸਕਦੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਮਾਰਗ ਬਣਾਇਆ ਹੈ। ਉਹਦੇ ਵਾਸਤੇ ਤਜੋ ਸਿਆਨਪ ਸੁਰਜਨਹੁ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਤੁਹਾਡੀ ਜ਼ਿੰਦਗੀ ਵਿੱਚੋਂ 3 ਚੀਜ਼ਾਂ ਨਿਕਲ ਜਾਣਗੀਆਂ, ਬਸ ਏਕ ਆਸ ਹਰ ਮਨ ਰੱਖੋ। ਇੱਕ ਦੀ ਆਸ ਮਨ ਦੇ ਵਿੱਚ ਰੱਖ ਕੇ ਚੱਲਣਾ ਕਰੋ। ਮਨੁੱਖ ਦੀ ਟੇਕ ਨਹੀਂ ਲੈਣੀ। ਮਨੁੱਖ ਦੀ ਟੇਕ ਲਓਗੇ ਤਾਂ ਭੈ ਤੋਂ ਰਹਿਤ ਕਦੇ ਵੀ ਨਹੀਂ ਹੋ ਸਕਦੇ। ਬਸ ਇਹ ਸਮਝ ਲਓ ਕਿ ਦਾਤੇ ਦੇ ਹੱਥ ਵਿੱਚ ਨੇ, ਬੰਦੇ ਦੇ ਹੱਥ ਵਿੱਚ ਨਹੀਂ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਇਹ ਕੌਣ ਕਹਿ ਰਿਹਾ? ਗੁਰੂ ਅਰਜਨ ਦੇਵ ਮਹਾਰਾਜ। ਕਦੋਂ ਕਹਿ ਰਹੇ ਨੇ? ਜਦੋਂ ਉਹ ਆਪ ਨਿਰਭਉ ਦੀ ਅਵਸਥਾ ਵਾਲੇ ਨੇ, ਉਹ ਆਪ ਭੈ ਤੋਂ ਰਹਿਤ ਨੇ। ਇਸ ਲਈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀ ਉਸਤਤ ਵਿੱਚ ਭੱਟ ਕੱਲ ਜੀ ਕਹਿ ਰਹੇ ਨੇ ਕਿ ਗੁਰੂ ਸਾਹਿਬ, ਜਦੋਂ ਤੁਸੀਂ ਆਪ ਭਉ ਤੋਂ, ਸੰਪੂਰਨ ਭਉ ਤੋਂ ਰਹਿਤ ਹੋ ਗਏ, ਫਿਰ ਭੈ ਭੰਜਨ, ਤੁਸੀਂ ਜਿਹੜਾ ਤੁਹਾਡੇ ਕੋਲ ਆਇਆ ਉਹਦੇ ਅੰਦਰ ਦਾ ਡਰ ਨਾਸ਼ ਕਰਨ ਵਾਲੇ ਹੋ। ਪਰ ਦੁੱਖ ਨਿਵਾਰ, ਦੂਜਿਆਂ ਦੇ ਦੁੱਖ ਨੂੰ ਨਿਵਾਰਨ ਵਾਲੇ ਹੋ, ਦੂਜਿਆਂ ਦੇ ਦੁੱਖ ਦੂਰ ਕਰਨ ਵਾਲੇ ਹੋ। ਪਤਾ ਹੀ ਨਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਕਿੰਨੇ ਦੁਖਿਆਰੇ ਤੁਹਾਡੇ ਚਰਨਾਂ ਵਿੱਚ ਆਉਂਦੇ ਨੇ। ਕੋਈ ਤਨ ਕਰਕੇ ਆਉਂਦਾ ਹੈ ਤੇ ਕੋਈ ਮਨ ਕਰਕੇ ਆਉਂਦਾ ਹੈ। ਤੁਸੀਂ ਹਰ ਪ੍ਰਕਾਰ ਦੇ ਉਹਨਾਂ ਦੇ ਦੁੱਖ ਦੀ ਨਿਵਰਤੀ ਕਰ ਦਿੰਦੇ ਹੋ। ਤੁਸੀਂ ਉਹਨਾਂ ਨੂੰ ਸੁੱਖ ਦੀ ਦਾਤ ਜਿਹੜੀ ਆ ਉਹ ਦਿੰਦੇ ਹੋ। ਸਦਾ ਲਈ ਦੁੱਖ ਉਹਨਾਂ ਦੇ ਮੁਕਾਉਣ ਵਾਲੇ ਹੋ। ਪਰ ਦੁੱਖ ਨਿਵਾਰ ਅਪਾਰ ਅਨਭਉ। ਗੁਰੂ ਸਾਹਿਬ, ਤੁਹਾਡੇ ਅੰਦਰ ਉਹ ਅਨੁਭਵ ਹੈ ਹਰੀ ਦਾ, ਅਕਾਲ ਪੁਰਖ ਪਰਮੇਸ਼ਵਰ ਦਾ, ਜਿਹਦੇ ਆਸਰੇ ਤੁਸੀਂ ਕਿਰਪਾ। ਗੁਰੂ ਸਾਹਿਬ ਤਾਂ ਕਈ ਵਾਰੀ ਆਪਣੇ ਸਿੱਖਾਂ ਤੋਂ ਵੀ ਕਿਰਪਾ ਵਰਤਾ ਦਿੰਦੇ ਨੇ। ਜਦੋਂ ਆਇਆ ਸੀ ਨਾ ਦਿੱਲੀ ਤੋਂ ਚੱਲ ਕੇ ਵਜ਼ੀਰ ਖਾਂ, ਕਹਿੰਦੇ ਨੇ ਉਹਦੇ ਪੇਟ ਨੂੰ ਜਲੋਦਰ ਦਾ ਰੋਗ ਸੀ। ਹੈ ਤੇ ਉਹ ਭਾਵੇਂ ਸਰਕਾਰੇ ਦਰਬਾਰੇ ਦਾ ਵਜ਼ੀਰ, ਨਾਮ ਵੀ ਉਹਦਾ ਵਜ਼ੀਰ ਸੀ, ਪਰ ਅੰਦਰ ਭਾਵਨਾ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਰਥਾਈ ਰੱਖਦਾ ਸੀ। ਹੁਣ ਸਾਈਂ ਮੀਆਂ ਮੀਰ ਕਿੱਡਾ ਵੱਡਾ ਪੀਰ ਹੈ। ਜਦੋਂ ਵੀ ਲਾਹੌਰ ਵਿੱਚ ਦਿੱਲੀ ਤੋਂ ਚੱਲ ਕੇ ਬਾਦਸ਼ਾਹ ਜਾਂਦਾ ਹੈ, ਜਦੋਂ ਵੀ ਕੋਈ ਉੱਚਾ ਉਮਰਾਵ ਰਾਜਾ ਮਹਾਰਾਜਾ ਜਾਂਦਾ ਹੈ, ਲਾਹੌਰ ਵਿੱਚ ਜਾਣ ਲੱਗਿਆਂ ਸਭ ਤੋਂ ਪਹਿਲਾਂ ਸਾਈਂ ਮੀਆਂ ਮੀਰ ਨੂੰ ਮਿਲ ਕੇ ਜਾਂਦਾ ਹੈ। ਐਡਾ ਉੱਚਾ ਰੁਤਬਾ ਹੈ ਸਾਈਂ ਮੀਆਂ ਮੀਰ ਦਾ। ਪਰ ਸਾਈਂ ਮੀਆਂ ਮੀਰ ਨੂੰ ਪੁੱਛੋ ਦਿਲ ਵਿੱਚ ਕਿਹਨੂੰ ਵਸਾ ਕੇ ਬੈਠੇ ਹੋ? ਕਹਿੰਦੇ ਦਿਲ ਵਿੱਚ ਤਾਂ ਗੁਰੂ ਅਰਜਨ ਦੇਵ ਜੀ ਨੂੰ ਵਸਾ ਕੇ ਬੈਠਾ। ਕਿਉਂ ਬੈਠੇ ਹੋ? ਕਿਉਂਕਿ ਕਹਿੰਦੇ ਜਿਸ ਖੁਦਾ ਨੂੰ ਮੈਂ ਚੇਤੇ ਕਰਦਾ ਨਾ, ਉਹ ਖੁਦਾ ਮੈਨੂੰ ਦਿਸਦਾ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਵਿੱਚੋਂ ਹੈ। ਇੱਕ ਦਿਨ ਜ਼ਿਕਰ ਕੀਤਾ ਸੀ ਆਪ ਜੀ ਨਾਲ ਕਿ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਆਏ ਤੇ ਸਾਈਂ ਮੀਆਂ ਮੀਰ ਨੇ ਦੋਵੇਂ ਹੱਥ ਇਦਾਂ ਅੱਗੇ ਕਰਕੇ ਨਾ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੋਂ ਉਤਰਨ ਲੱਗੇ ਹੋ ਤੇ ਰਕਾਬ ਤੋਂ ਜਦੋਂ ਪੈਰ ਕੱਢਣਾ ਤੇ ਮੇਰੇ ਹੱਥਾਂ ਦੀ ਤਲੀ ਤੇ ਪੈਰ ਰੱਖ ਕੇ ਫਿਰ ਜ਼ਮੀਨ ਤੇ ਰੱਖਣਾ। ਤੇ ਜਿਹੜੇ ਮੁਰੀਦ ਸੀ ਨਾ, ਉਹਨਾਂ ਦੇ ਤਾਂ ਮੱਥੇ ਵੱਟ ਪੈ ਗਿਆ ਕਿ ਏਡਾ ਵੱਡਾ ਪੀਰ ਸਾਈਂ ਮੀਆਂ ਮੀਰ ਤੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਦੋਨੋਂ ਹੱਥ ਰੱਖ ਕੇ ਕਹਿੰਦੇ ਮੇਰੇ ਹੱਥਾਂ ਤੇ ਪੈਰ ਰੱਖ ਕੇ ਉਤਰੋ। ਬੜੇ ਪਿਆਰ ਨਾਲ ਨਾ ਲੈ ਗਏ। ਹਾਲਾਂਕਿ ਬਜ਼ੁਰਗ ਨੇ ਸਾਈਂ ਮੀਆਂ ਮੀਰ, ਪਰ ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਕੁਟੀਆ ਵਿੱਚ ਲੈ ਗਏ, ਗੱਲਾਂ ਬਾਤਾਂ ਕੀਤੀਆਂ, ਫਿਰ ਵਾਪਸ ਘੋੜੇ ਤੱਕ ਛੱਡਣ ਆਏ। ਜਦੋਂ ਚਲੇ ਗਏ ਨਾ ਤੇ ਫਿਰ ਮੁਰੀਦ ਇਕੱਠੇ ਹੋ ਕੇ ਆ ਗਏ, ਕਹਿੰਦੇ ਸਾਈਂ ਮੀਆਂ ਮੀਰ ਅੱਜ ਤੁਸੀਂ ਚੰਗਾ ਨਹੀਂ ਕੀਤਾ। ਸਾਡੇ ਸਾਹਮਣੇ ਅਸੀਂ ਤੁਹਾਡੇ ਚਰਨਾਂ ਨੂੰ ਛੂਹਨੇ ਆ, ਤੁਸੀਂ ਹਰਗੋਬਿੰਦ ਸਾਹਿਬ ਦੇ ਚਰਨਾਂ ਨੂੰ ਛੂਹਿਆ। ਚਲੋ ਛੂਹਣ ਦੀ ਗੱਲ ਵੱਖਰੀ, ਤੁਸੀਂ ਤਾਂ ਆਪਣੇ ਹੱਥਾਂ ਦੀ ਤਲੀ ਤੇ ਉਹਨਾਂ ਦੇ ਪਵਿੱਤਰ ਚਰਨ ਜਿਹੜੇ ਉਹ ਰਖਾ ਕੇ ਉਹਨਾਂ ਨੂੰ ਥੱਲੇ ਉਤਰਵਾਇਆ ਘੋੜੇ ਤੋਂ। ਕਿਉਂ? ਕਹਿੰਦੇ ਰੋਜ਼ ਕਿਹਨੂੰ ਚੇਤੇ ਕਰਦੇ ਹੋ? ਕਹਿੰਦੇ ਅਸੀਂ ਰੋਜ਼ ਆਪਣੇ ਖੁਦਾ ਨੂੰ ਚੇਤੇ ਕਰਦੇ ਹਾਂ। ਕਹਿੰਦੇ ਫਿਰ ਅੱਜ ਮੇਰਾ ਖੁਦਾ ਹੀ ਤੇ ਆਇਆ ਸੀ। ਇਹ ਸਾਈਂ ਮੀਆਂ ਮੀਰ ਦੀ ਭਾਵਨਾ ਹੈ। ਕਹਿੰਦੇ ਅੱਜ ਆ ਖੁਦਾ ਹੀ ਤਾਂ ਆਇਆ ਸੀ। ਗੁਰੂ ਅਰਜਨ ਦੇਵ ਜੀ ਨੂੰ ਖੁਦਾ ਮੰਨਦੇ ਨੇ ਤੇ ਗੁਰੂ ਅਰਜਨ ਦੇਵ ਜੀ ਨੇ ਕੀ ਕੀਤਾ? ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਤੇ ਫਿਰ ਉਹ ਸਾਈਂ ਮੀਆਂ ਮੀਰ ਕਹਿੰਦੇ ਅੱਜ ਮੇਰਾ ਰੱਬ, ਅੱਜ ਮੇਰਾ ਖੁਦਾ ਆਇਆ, ਤੇ ਜੇ ਮੇਰਾ ਖੁਦਾ ਆਇਆ ਤੇ ਫਿਰ ਮੈਂ ਹੱਥ ਅੱਗੇ ਕਿਉਂ ਨਾ ਕਰਦਾ। ਇਹ ਭਾਵਨਾ ਸੀ। ਅਸੀਂ ਤੇ ਨਫ਼ਰਤਾਂ ਨਾਲ ਭਰੇ ਪਏ ਆ।
ਅਸੀਂ ਤੇ ਬਸ ਇੱਕ ਦੂਜੇ ਨਾਲ ਲੜਾਈ ਝਗੜੇ ਕਤਲੇਆਮ ਧਰਮਾਂ ਦੇ ਨਾਂ ਤੇ ਬੜਾ ਕੁਝ ਸੰਸਾਰ ਵਿੱਚ ਕਰਦੇ ਆਂ, ਪਰ ਲੋੜ ਹੈ ਇਹੋ ਜੀ ਭਾਵਨਾ ਅੰਦਰ ਬਣਾਉਣ ਦੀ ਜੋ ਭੱਟ ਜੀ ਨੂੰ ਸਮਝ ਆਈ। ਕਹਿੰਦੇ ਗੁਰੂ ਸਾਹਿਬ ਜੀ ਤੁਹਾਡੇ ਅੰਦਰ ਅਨੁਭਵ ਹੈ, ਤੁਸੀਂ ਆਪਣੇ ਅਨੁਭਵ ਨਾਲ ਹਰ ਇੱਕ ਧਰਮ, ਹਰ ਇੱਕ ਵਰਗ, ਜਾਤ ਪਾਤ, ਹਰ ਇੱਕ ਦੇ ਪ੍ਰਾਣੀ ਨੂੰ ਇੱਕ ਕਰਨ ਵਾਸਤੇ, ਉਹਨਾਂ ਦੇ ਦੁੱਖ ਨੂੰ ਨਿਵਾਰਨ ਵਾਸਤੇ, ਉਹਨਾਂ ਦੇ ਅੰਦਰ ਦਾ ਦੁੱਖ ਨਾਸ਼ ਕਰਨ ਵਾਸਤੇ ਆਪ ਪ੍ਰਤੱਖ ਹਰੀ ਦਾ ਰੂਪ ਬਣੇ ਹੋ। ਅਗਹ ਗਹਿਣ ਭ੍ਰਮ ਪ੍ਰਾਂਤ ਦਹਿਣ ਸੀਤਲ ਸੁਖ ਦਾਤੋ। ਸਤਿਗੁਰੂ ਮਹਾਰਾਜ ਅਗਹ ਗਹਿਣ, ਅਗਾਹ ਦਾ ਅਰਥ ਹੁੰਦਾ ਜਿਹਨੂੰ ਆਪਾਂ ਅਗੰਮ ਕਹਿੰਦੇ ਆ, ਅਗਾਹ ਤੋਂ ਅਗਾਹ ਇੱਕੋ ਹੀ ਹੈ ਜਿਹਦੇ ਤੱਕ ਸਾਡੀ ਪਹੁੰਚ ਨਹੀਂ ਬਣ ਸਕਦੀ, ਅਕਾਲ ਪੁਰਖ ਪਰਮੇਸ਼ਵਰ। ਸੰਸਾਰ ਦੇ ਹਰ ਕੋਨੇ ਵਿੱਚ ਆਪਾਂ ਪਹੁੰਚ ਸਕਦੇ ਹਾਂ, ਸਾਡੇ ਕੋਲ ਬੜੇ ਤਰੀਕੇ ਨੇ। ਦੁਨੀਆ ਦੇ ਹਰ ਕੋਨੇ ਤੱਕ ਆਪਾਂ ਪਹੁੰਚ ਸਕਦੇ ਹਾਂ। ਜੇ ਜ਼ਮੀਨ ਤੋਂ ਆਸਮਾਨ ਤੱਕ ਪਹੁੰਚ ਸਕਦੇ ਹਾਂ, ਫਿਰ ਜ਼ਮੀਨ ਦੇ ਹਰ ਕੋਨੇ ਤੇ ਵੀ ਅਸੀਂ ਪਹੁੰਚ ਸਕਦੇ ਹਾਂ, ਪਰ ਜੇ ਨਹੀਂ ਪਹੁੰਚ ਸਕਦੇ ਤੇ ਨਿਰੰਕਾਰ ਤੱਕ ਨਹੀਂ ਪਹੁੰਚ ਸਕਦੇ। ਕਹਿੰਦੇ ਜਿਹੜਾ ਅਗੰਮ ਅਗਾਹਾਂ ਤੋਂ ਅਗਾਹਾਂ ਹੈ, ਜੇ ਗੁਰੂ ਅਰਜਨ ਦੇਵ ਜੀ ਤੁਹਾਡੇ ਚਰਨਾਂ 'ਚ ਆ ਕੇ ਜੁੜ ਲਿਆ ਜਾਵੇ ਤਾਂ ਤੁਸੀਂ ਉਸ ਅਗੰਮ ਜਿਹੜਾ ਅਗਾਹ ਤੋਂ ਅਗਾਹ ਪਰਮੇਸ਼ਵਰ ਹੈ ਨਾ, ਉਸ ਹਰੀ ਤੱਕ ਤੁਸੀਂ ਸਾਡੀ ਪਹੁੰਚ ਬਣਾਉਣ ਵਾਲੇ ਹੋ। ਅਗਹ ਗਹਨ ਕਹਿੰਦੇ ਸਾਡਾ ਜਿਹੜਾ ਜਾਣਾ ਅਕਾਲ ਪੁਰਖ ਤੱਕ ਹੋ ਸਕਦਾ ਹੈ, ਜਿਹੜਾ ਸਾਡੀ ਸੋਚ ਮੰਡਲ ਤੋਂ ਬਾਹਰ, ਪਰ ਜੇ ਤੁਹਾਡੀ ਕਿਰਪਾ ਹੋ ਜਾਏ ਉਸ ਅਗੰਮ ਹਰੀ ਤੱਕ ਪਹੁੰਚ ਹੋ ਸਕਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਭ੍ਰਮ ਭ੍ਰਾਂਤ ਦਹਣ, ਦਹਣ ਦਾ ਅਰਥ ਕੀ ਹੁੰਦਾ? ਸਾੜਨਾ। ਜਿਹੜੀ ਸਾਡੇ ਅੰਦਰ ਭਟਕਣਾ ਬਣੀ ਹੋਈ ਹੈ, ਜਿਹੜਾ ਸਾਡੇ ਅੰਦਰ ਭਰਮ ਬਣਿਆ ਹੋਇਆ ਹੈ, ਤੁਸੀਂ ਉਹਨੂੰ ਅੰਦਰੋਂ ਸਾੜ ਕੇ ਰੱਖ ਦੇਣ ਵਾਲੇ ਹੋ, ਤਾਂ ਕਿ ਤੁਹਾਡੇ ਸਿੱਖਾਂ ਦੇ ਅੰਦਰ ਕੋਈ ਭਰਮ, ਕੋਈ ਭਟਕਣਾ ਦੁਬਾਰਾ ਪੈਦਾ ਹੀ ਨਾ ਹੋ ਸਕੇ। ਗੁਰੂ ਅਰਜਨ ਦੇਵ ਮਹਾਰਾਜ ਤੁਸੀਂ ਸਾਨੂੰ ਹਰੀ ਤੱਕ ਪਹੁੰਚਾਉਣ ਵਾਲੇ ਹੋ, ਤੁਸੀਂ ਸਾਡੇ ਅੰਦਰ ਦੇ ਭਰਮ ਭਟਕਣਾ ਨੂੰ ਸਾੜਨ ਵਾਲੇ ਹੋ। ਸ਼ੀਤਲ ਸੁਖ ਦਾਤੋ, ਤੁਸੀਂ ਸਾਨੂੰ ਅੰਦਰ ਦੀ ਠੰਡਕ ਸ਼ੀਤਲਤਾ ਦੇ ਕੇ ਸੁੱਖਾਂ ਦੇ ਦਾਤੇ ਬਣ ਕੇ ਸਾਨੂੰ ਸੁੱਖਾਂ ਦੀਆਂ ਦਾਤਾਂ ਦੇਣ ਵਾਲੇ ਹੋ। ਆ ਸੰਭਵ ਉਦਵਿਓ ਪੁਰਖ ਪੂਰਨ ਵਿਦਾਤੋ। ਹਰ ਪ੍ਰਕਾਰ ਤੋਂ ਭੈ ਤੋਂ ਰਹਿਤ ਗੁਰੂ ਅਰਜਨ ਦੇਵ ਮਹਾਰਾਜ ਤੁਸੀਂ ਆਪ ਹੀ ਪ੍ਰਤੱਖ ਹਰੀ ਦਾ ਰੂਪ ਹੋ, ਸਾਰੇ ਮਨ ਦੀ ਭਾਵਨਾ ਨੂੰ ਪੂਰਾ ਕਰਨ ਵਾਲੇ ਹੋ, ਕਿਉਂਕਿ ਉਦਵਿਓ ਤੁਹਾਡੇ ਅੰਦਰ ਆਪ ਅਕਾਲ ਪੁਰਖ ਪ੍ਰਗਟ ਹੋਇਆ ਹੈ। ਉਦਵਿਓ ਦਾ ਅਰਥ ਕੀ ਹੁੰਦਾ? ਜਿਵੇਂ ਸੂਰਜ ਉਦੈ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ, ਤੁਹਾਡੇ ਅੰਦਰ ਆਪ ਪ੍ਰਤੱਖ ਹਰੀ ਨੇ ਤੁਹਾਡੇ ਅੰਦਰ ਆਪ ਪ੍ਰਕਾਸ਼ ਐਸਾ ਕਿਰਪਾ ਕਰਕੇ ਕੀਤਾ ਹੈ ਕਿ ਤੁਸੀਂ ਆਪ ਹੀ ਸਾਰਿਆਂ ਦੇ ਮਨ ਦੇ ਮਨੋਰਥ ਪੂਰਨ ਕਰਨ ਵਾਲੇ ਪੁਰਖ ਪੂਰਨ ਵਿਧਾਤਾ ਹੋ। ਤੁਸੀਂ ਹੀ ਸਾਡੇ ਲਈ ਵਿਧਾਤਾ ਹੋ, ਤੁਸੀਂ ਹੀ ਵਿਧ ਬਣਾਉਣ ਵਾਲੇ ਹੋ, ਤੁਸੀਂ ਸਾਡੇ ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ, ਤੁਸੀਂ ਸਾਡਾ ਪਾਰ ਉਤਾਰ ਕਰਨ ਵਾਲੇ ਹੋ। ਪੂਰਨ ਤੌਰ ਤੇ ਅਕਾਲ ਪੁਰਖ ਦਾ ਰੂਪ ਤੁਸੀਂ ਹੀ ਸਾਡੇ ਵਾਸਤੇ ਹੋ। ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ। ਆਦ ਤੋਂ ਭਾਵ ਨਾਨਕ ਜੀ ਤੋਂ, ਫਿਰ ਗੁਰੂ ਅੰਗਦ ਸਾਹਿਬ ਜੀ ਔਰ ਧੰਨ ਗੁਰੂ ਅਮਰਦਾਸ ਮਹਾਰਾਜ, ਕਹਿੰਦੇ ਜਿਨ੍ਹਾਂ ਦੇ ਵਿੱਚ ਸੱਚਾ ਸ਼ਬਦ ਜਿਹੜਾ ਸੀ ਉਹ ਸਮਾਇਆ। ਫਿਰ ਧਿਆਨ ਰੱਖਣਾ, ਸ਼ਬਦ ਤੁਰਿਆ ਧੰਨ ਗੁਰੂ ਨਾਨਕ ਸਾਹਿਬ ਤੋਂ ਹੈ। ਉਹ ਸ਼ਬਦ ਗੁਰੂ ਅੰਗਦ ਸਾਹਿਬ ਅੰਦਰ ਸਮਾਇਆ, ਉਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅੰਦਰ ਉਹ ਸ਼ਬਦ ਸਮਾਇਆ ਹੈ। ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ। ਉਹ ਸ਼ਬਦ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਨੂੰ ਛੂਹ ਕੇ ਪਾਰਸ ਰੂਪੀ ਗੁਰੂ ਦਾ ਮਿਲਾਪ ਹਾਸਲ ਕਰਕੇ ਉਹ ਸ਼ਬਦ ਨੇ ਤੁਹਾਡੇ ਅੰਦਰ ਪ੍ਰਕਾਸ਼ ਕੀਤਾ, ਤਾਂ ਤੁਸੀਂ ਵੀ ਗੁਰੂ ਨਾਨਕ ਸਾਹਿਬ ਦਾ ਰੂਪ ਭਾਵ ਇੱਕ ਬਾਬਾ ਅਕਾਲ ਰੂਪ, ਤੁਸੀਂ ਵੀ ਅਕਾਲ ਦਾ ਰੂਪ ਪ੍ਰਤੱਖ ਗੁਰੂ ਅਰਜਨ ਦੇਵ ਪਾਤਸ਼ਾਹ ਹਰੀ ਦਾ ਰੂਪ ਹੋ ਗਏ ਹੋ। ਇਸ ਲਈ ਜਿਨ੍ਹਾਂ ਦੇ ਰਾਹੀਂ ਕਿਰਪਾ ਹੋਈ, ਧੰਨ ਧੰਨ ਗੁਰੂ ਰਾਮਦਾਸ ਗੁਰ, ਉਹ ਗੁਰੂ ਰਾਮਦਾਸ ਜੀ ਧੰਨ ਧੰਨ ਨੇ ਜਿਨ੍ਹਾਂ ਦੇ ਨਾਲ
ਪਾਰਸ ਪਰਸ ਮਿਲਾਇਓ। ਉਹ ਪਾਰਸ ਦੇ ਵਾਂਗ ਪਰਸ ਕੇ ਛੂ ਕੇ ਤੁਹਾਨੂੰ ਆਪਣੇ ਨਾਲ ਮਿਲਾ ਕੇ ਆਪਣਾ ਹੀ ਰੂਪ ਦੇ ਕੇ ਚਵਰ ਛਤਰ ਤਖਤ ਦੇ ਮਾਲਕ ਬਣਾ ਕੇ ਤੁਹਾਨੂੰ ਇਸ ਆਸਨ ਦੇ ਉੱਤੇ ਬਿਰਾਜਮਾਨ ਕਰਵਾਇਆ। ਅਸੀਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਤੋਂ ਵੀ ਸਦਕੇ ਜਾਈਏ ਤੇ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੇ ਤੋਂ ਵੀ ਸਦਕੇ ਜਾਈਏ ਤੇ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸਮਝ ਆਈ, ਜਿਨ੍ਹਾਂ ਨੂੰ ਬਖਸ਼ਿਸ਼ਾਂ ਮਿਲੀਆਂ ਨੇ ਬਾਬੇ ਦੇ ਘਰ ਤੋਂ, ਉਹ ਫਿਰ ਖੁਸ਼ੀ ਨਾਲ ਗਾਉਂਦਾ ਹੈ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨ ਬਤਾਇਆ, ਭੂਲੇ ਮਾਰਗ ਜਿਨ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ। ਐਸੇ ਗੁਰੂ ਵੱਡੇ ਭਾਗ ਨਾਲ ਪ੍ਰਾਪਤ ਹੁੰਦੇ ਨੇ। ਅਸੀਂ ਵੱਡੇ ਭਾਗਾਂ ਵਾਲੇ ਹਾਂ ਜੋ ਐਸੇ ਸਮਰੱਥ ਗੁਰੂ ਸਾਹਿਬ ਦੇ ਚਰਨਾਂ 'ਚ ਜੁੜੇ ਹਾਂ। ਬਾਣੀ ਤੇ ਬਾਣੀ ਦੇ ਧਾਰਨੀ ਬਣ ਕੇ, ਗੁਰੂ ਵਾਲੇ ਬਣ ਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣਾ ਸਕੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮੇਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਅੱਜ ਦੇ ਇਹ ਅੰਮ੍ਰਿਤਮਈ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪ੍ਰਥਾਏ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ ਜੀ। ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਆ। ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ